ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਟਾਈਮ ਦੇ ਵਿੱਚ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਕੈਨੇਡਾ ਇੱਕ ਐਸਾ ਮੁਲਕ ਹੈ ਜਿਹੜਾ ਜਾਣਿਆ ਜਾਂਦਾ ਸੀਗਾ ਦੁਨੀਆ ਭਰ ਵਿੱਚ ਵਿਸ਼ਵ ਭਰ ਵਿੱਚ ਅਮਨ ਤੇ ਸ਼ਾਂਤੀ ਦੇ ਪ੍ਰਤੀਕ ਵਜੋਂ, ਦੋਸਤੀ ਤੇ ਮੁਹੱਬਤਾਂ ਵਜੋਂ, ਤੇ ਨਾਲ ਦੀ ਨਾਲ ਦੁਨੀਆ ਭਰ ਦਾ ਕੋਈ ਐਸਾ ਮੁਲਕ ਨਹੀਂ ਜਿੱਥੋਂ ਵਿਅਕਤੀ ਆ ਕੇ ਇੱਥੇ ਨਹੀਂ ਰਹਿ ਰਹੇ, ਕਿਉਂਕਿ ਉਹਨੂੰ ਇਮੀਗ੍ਰੈਂਟਸ ਦਾ ਸਵਰਗ ਵੀ ਕਿਹਾ ਜਾਂਦਾ ਹੈ। ਸੋ ਵੱਖ-ਵੱਖ ਭਾਸ਼ਾਵਾਂ, ਵੱਖ-ਵੱਖ ਤਰ੍ਹਾਂ ਦੇ ਲੋਕ, ਵੱਖ-ਵੱਖ ਸੱਭਿਆਚਾਰ, ਜਿਹਨੂੰ ਮਲਟੀ ਕਲਚਰਿਜ਼ਮ ਦਾ ਨਾਂ ਇੱਥੇ ਦਿੱਤਾ ਗਿਆ ਸੀਗਾ। ਤੇ ਇਸ ਮੁਲਕ ਦੇ ਵਿੱਚ ਹਰ ਇੱਕ ਨੂੰ ਪੂਰਨ ਆਜ਼ਾਦੀ ਦਿੱਤੀ ਆ ਸਾਡੇ ਸੰਵਿਧਾਨ ਨੇ। ਤੇ ਨਾਲ ਦੀ ਨਾਲ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਕਿ ਕੈਨੇਡਾ ਇੱਕ ਐਸਾ ਮੁਲਕ ਹੈ ਜਿਹੜਾ ਚਾਰਟਰ ਆਫ ਸਿਵਲ ਰਾਈਟਸ ਦੀ ਗਰੰਟੀ ਕਰਦਾ। ਇਸੇ ਕਰਕੇ ਕੈਨੇਡਾ 'ਚ ਵਸਣ ਵਾਲੇ ਲੋਕ ਜਿਹੜੇ ਆ ਉਹ ਕਹਿੰਦੇ ਆ ਕਿ ਅਸੀਂ ਦੁਨੀਆ ਦੇ ਜਿਹੜੇ ਹੈਪੀਨੈਸ ਇੰਡੈਕਸ ਵਾਲੇ ਵੀ ਮੁਲਕ ਨੇ ਟੌਪ ਦੇ, ਉਹਨਾਂ ਦੇ ਵਿੱਚੋਂ ਅਸੀਂ ਆਪਣਾ ਕੋਈ ਨਾ ਕੋਈ ਮਕਾਮ ਰੱਖਦੇ ਹਾਂ ਤੇ ਵਧੀਆ ਮੁਲਕ ਦੇ ਵਿੱਚ ਰਹਿ ਰਹੇ ਹਾਂ। ਕਈ ਲੋਕ ਤਾਂ ਜਿਸ ਤਰ੍ਹਾਂ ਦੇ ਮੁਲਕਾਂ 'ਚੋਂ ਸੀਰੀਆ 'ਚੋਂ ਆਏ, ਅਫਗਾਨਿਸਤਾਨ 'ਚੋਂ ਆਏ, ਈਵਨ ਤੋਂ ਪਾਕਿਸਤਾਨ, ਬੰਗਲਾਦੇਸ਼, ਭਾਰਤ ਜਾਂ ਜਿਹੜੇ ਵੀ ਸਾਡੇ ਮੁਲਕ ਨੇ ਜਿਹੜੇ ਵਹੀ ਬਹੁਤ ਪਛੜੇ ਹੋਏ ਆ, ਉਹ ਤਾਂ ਕਈ ਵਾਰ ਇਹਨੂੰ ਸਵਰਗ ਦਾ ਦਰਜਾ ਵੀ ਦਿੰਦੇ ਨੇ। ਪਰ ਕਿਉਂਕਿ ਜਿਵੇਂ ਮੈਂ ਕਹਿ ਰਿਹਾ ਕਿ ਵੱਖ-ਵੱਖ ਭਾਸ਼ਾਵਾਂ, ਵੱਖ-ਵੱਖ ਸੱਭਿਆਚਾਰ, ਉਹਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਨੇ। ਸੋ ਜਿੰਨੀਆਂ ਖੁੱਲ੍ਹ ਇੱਥੇ ਮਿਲਦੀਆਂ ਨੇ, ਜਿੰਨੀ ਖੁੱਲ੍ਹ ਮਾਣਨ ਦੇ ਅਸੀਂ ਆਦੀ ਹਾਂ, ਉਹਦੇ 'ਤੇ ਜਦੋਂ ਥੋੜ੍ਹੀ ਜਿਹੀ ਰੋਕ ਲੱਗਦੀ ਆ ਤਾਂ ਫਿਰ ਉਹਦਾ ਰੋਹ ਵੀ ਹੁੰਦਾ। ਅੱਜ ਕੱਲ੍ਹ ਇੱਕ ਐਜੀਟੇਸ਼ਨ ਚੱਲ ਰਹੀ ਆ, ਅਸੀਂ ਸਾਰੇ ਖਬਰਾਂ 'ਚ ਵੇਖ ਰਹੇ ਹਾਂ ਕਿ ਕਾਫੀ ਦਿਨਾਂ ਤੋਂ ਆਟਵਾ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਪਿਆ, ਜਿਹਦੇ ਵਿੱਚ ਸ਼ੁਰੂਆਤੀ ਦੌਰ 'ਚ ਤਾਂ ਮੇਰੇ ਖਿਆਲ ਮੈਂ ਆਪਣੇ ਸੱਜਣ ਜਿਹੜੇ ਆਏ ਨੇ ਦੋਸਤ, ਉਹਨਾਂ ਦੀ ਇੰਟਰੋਡਕਸ਼ਨ ਵੀ ਕਰਾਉਣਾ ਤੇ ਉਹਨਾਂ ਕੋਲੋਂ ਫਿਰ ਥੋੜ੍ਹੀ ਜਾਣਕਾਰੀ ਵਧੇਰੇ ਮਿਲੇਗੀ ਆਪਾਂ ਨੂੰ ਕਿ ਸ਼ੁਰੂਆਤ ਜਦੋਂ ਪਹੁੰਚੇ ਸੀ ਉਸ ਦਿਨ 20,000 ਟਰੱਕ ਤੇ 50,000 ਦੇ ਕਰੀਬ ਲੋਕ ਸੀਗੇ। ਤੇ ਉਹ ਇੰਨਾ ਵੱਡਾ ਇਕੱਠ ਜਿਹੜਾ, ਉਹਦੇ ਨਾਲ ਇੱਕ ਪਾਸੇ ਤਾਂ ਸਾਰਾ ਉੱਥੇ ਦਾ ਕੰਮਕਾਰ ਰੁਕਿਆ, ਦਹਿਸ਼ਤ ਦਾ ਮਾਹੌਲ ਵੀ ਸੀਗਾ, ਕੁਝ ਇੱਕ ਸਲੋਗਨ ਵੀ ਇੱਦਾਂ ਦੇ ਆਏ, ਪਰ ਨਾਲ ਦੀ ਨਾਲ ਉਹ ਲੋਕ ਕਹਿੰਦੇ ਨੇ ਕਿ ਸਾਡਾ ਇਹ ਅਧਿਕਾਰ ਹੈ ਕਿ ਅਸੀਂ ਆਪਣੀ ਬਾਡੀ ਦੇ ਵਿੱਚ ਇਹ ਵੈਕਸੀਨ ਲਵਾਉਣੀ ਆ ਜਾਂ ਨਹੀਂ ਲਵਾਉਣੀ। ਮੋਰਓਵਰ ਹੋਰ ਕਈ ਚੀਜ਼ਾਂ ਇਹ 'ਚੋਂ ਨਿਕਲ ਕੇ ਸਾਹਮਣੇ ਆਈਆਂ ਜਿਨ੍ਹਾਂ ਬਾਰੇ ਆਪਾਂ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ। ਮੇਰੇ ਨਾਲ ਮੇਰੇ ਖੱਬੇ ਹੱਥ ਬੈਠੇ ਨੇ ਸੈਂਟਰ ਪ੍ਰੇਮ ਗਿੱਲ ਹੀ ਐਡਵੋਕੇਟ ਨੇ, ਪਹਿਲਾਂ ਵੀ ਤੁਸੀਂ ਸਾਡੇ ਨਾਲ ਪ੍ਰੋਗਰਾਮਾਂ 'ਚ ਉਹਨਾਂ ਨੂੰ ਮਿਲੇ ਹੋ, ਕਾਫੀ ਜ਼ਿਆਦਾ ਸਰਗਰਮ ਨੇ ਇਸ ਜਿਹੜੀ ਮੂਵਮੈਂਟ ਆ ਉਹਦੇ ਨਾਲ। ਤੇ ਨਾਲ ਨੇ ਹਰਪ੍ਰੀਤ ਰੀ, ਹੋਮਿਓਪੈਥ ਨੇ, ਔਰ ਕਿਉਂਕਿ ਇਹ ਵੀ ਸਾਇੰਟੀਫਿਕ ਸਟੱਡੀ ਵੀ ਕਰਦੇ ਆ, ਜਾਣਦੇ ਆ, ਹੋਮਿਓਪੈਥੀ ਦਾ ਇਲਾਜ ਵੀ ਕਰਦੇ ਆ, ਕੁਆਲੀਫਾਈਡ ਡਾਕਟਰ ਨੇ, ਹੋਮਿਓਪੈਥ ਨੇ। ਸੋ ਇਹਨਾਂ ਕੋਲੋਂ ਵੀ ਕੁਝ ਇਹ ਵੈਕਸੀਨ ਦੇ ਲਾਭ ਹਾਨ ਬਾਰੇ ਗੱਲਬਾਤ ਜਿਹੜੀ ਅਸੀਂ ਕਰਦੇ ਹਾਂ। ਵੈਸੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਪਹਿਲਾਂ 2 ਵੈਕਸੀਨ ਲਈਆਂ ਸੀਗੀਆਂ, ਉਹਨੂੰ ਕਿਹਾ ਸੀਗਾ ਕਿ ਫੁੱਲੀ ਵੈਕਸੀਨੇਟਡ, ਫੁੱਲੀ ਵਾਲਾ ਟਰਮ ਕਿਤੇ ਪਿੱਛੇ ਰਹਿ ਗਈ, ਹੁਣ ਬੂਸਟਰ ਆ ਗਿਆ। ਤੇ ਜਿੱਦਣ ਮੈਂ ਬੂਸਟਰ ਡੋਜ਼ ਲਵਾਉਣ ਗਿਆ ਸੀਗਾ ਜੀ, ਮੈਂ ਉਹ ਫਾਰਮਾਸਿਸਟ ਨੂੰ ਪੁੱਛਿਆ ਵੀ ਇੱਦਾਂ ਦੀਆਂ ਕਿੰਨੀਆਂ ਬੂਸਟਰ ਲੱਗਣਗੀਆਂ। ਕਹਿੰਦੇ 3 ਮਹੀਨੇ ਤੱਕ ਇਫੈਕਟਿਵ ਹੈ, ਉਸ ਤੋਂ ਬਾਅਦ ਤੁਹਾਨੂੰ ਫਿਰ ਦੇਖਣਾ ਪਏਗਾ ਕੀ ਕਰਨਾ। ਸੋ ਪਹਿਲਾਂ ਮੈਂ ਸਵਾਗਤ ਕਰਨਾ ਜੀ ਆਪਣੇ ਮਹਿਮਾਨਾਂ ਦਾ, ਪ੍ਰੇਮ ਗਿੱਲ ਤੇ ਹਰਪ੍ਰੀਤ ਰਾਂ ਦਾ। ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਆਏ ਤੇ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਹਾਂਜੀ ਗਿੱਲ ਸਾਹਿਬ, ਤੁਹਾਡੇ ਤੋਂ ਸ਼ੁਰੂ ਕਰਨਾ ਜੀ। ਆਪਾਂ ਵੈਕਸੀਨ ਦੇ ਬਾਰੇ ਗੱਲ ਤਾਂ ਅੱਗੇ ਕਰ ਚੁੱਕੇ ਹਾਂ, 5G ਬਾਰੇ ਵੀ ਕਰ ਚੁੱਕੇ ਹਾਂ, ਉਹਦੇ ਬਾਰੇ ਬਾਅਦ 'ਚ ਪ੍ਰੂਫ ਵੀ ਆ ਗਏ। ਬਹੁਤ ਸਾਰੀਆਂ ਏਅਰਲਾਈਨ ਨੇ ਇਤਰਾਜ਼ ਕੀਤਾ ਕਿ ਸਾਡੀਆਂ ਜਿਹੜੀਆਂ ਫਲਾਈਟ ਨੇ ਇਫੈਕਟ ਹੋ ਸਕਦੀਆਂ। ਡੇ ਬਾਈ ਡੇ ਜਿਹੜਾ ਵਾ ਉਹ ਜਿਹੜਾ ਐਜੀਟੇਸ਼ਨ ਹੈ ਉਹਦੇ ਵਿੱਚ ਰੋਹ ਵੱਧਦਾ ਜਾ ਰਿਹਾ ਸੀ। ਤੇ ਮੈਂ ਅੱਜ ਹੀ ਨਿਊਜ਼ ਵੇਖ ਰਿਹਾ ਸੀਗਾ, ਸਰਕਾਰ ਕਿਤੇ ਨਾ ਕਿਤੇ ਲੱਗਦਾ ਥੋੜ੍ਹੀ ਸਖਤੀ ਦੇ ਰੌਂ 'ਚ ਵੀ ਆ ਰਹੀ ਆ। ਜੋ ਬਾਈਡਨ ਇਹਨਾਂ ਦਾ ਬਿਆਨ ਸੀਗਾ, ਟਰੂਡੋ ਹੋਰਾਂ ਨੂੰ ਸੰਬੋਧਨ ਕਰਕੇ ਉਹਨਾਂ ਕਿਹਾ ਕਿ ਤੁਸੀਂ ਆਪਣੀਆਂ ਤਾਕਤਾਂ ਵਰਤੋ ਤੇ ਇਹਨਾਂ ਲੋਕਾਂ ਨੂੰ ਇੱਥੋਂ ਉਠਾਉਣ ਵਾਲਾ ਜਿਹੜਾ ਕੰਮ ਆ ਉਹ ਸ਼ੁਰੂ ਕਰੋ। ਪਹਿਲਾਂ ਤਾਂ ਸਾਨੂੰ ਇਸ ਮੂਵਮੈਂਟ ਬਾਰੇ ਥੋੜ੍ਹੀ ਜਾਣਕਾਰੀ ਦਿਓ, ਇਸ ਵੇਲੇ ਕਿਸ ਤਰ੍ਹਾਂ ਆ, ਕਿੱਥੇ ਆ ਤੇ ਕਿੰਨੀ ਆ। ਡਾਊਨਟਾਊਨ ਟੋਰਾਂਟੋ ਵਿੱਚ ਵੀ ਕਹਿੰਦੇ ਆ ਸਾਰੀਆਂ ਸੜਕਾਂ ਬਲੌਕ ਨੇ, ਕਿੰਨੀਆਂ ਕੁ ਹੱਦ ਤੱਕ ਇਹ ਗੱਲ ਠੀਕ ਆ ਤੇ ਇਹਦੇ ਕੀ ਇਫੈਕਟ ਹੋ ਰਹੇ ਆ, ਸਾਡੀ ਇਕੋਨਮੀ 'ਤੇ ਕੀ ਇਫੈਕਟ ਹੋ ਰਿਹਾ, ਗੌਰਮੈਂਟ ਇਹਦੇ ਬਾਰੇ ਕੀ ਸੋਚ ਰਹੀ ਹੈ, ਸੰਚਾਰ ਇਹਦੇ ਬਾਰੇ ਕੀ ਸੋਚ ਰਿਹਾ? ਜੀ ਧੰਨਵਾਦ ਜੀ। ਦੇਖੋ, ਜਿਹੜੀ ਇਹ ਮੂਵਮੈਂਟ ਚੱਲੀ ਹੈ ਨਾ, ਇਹ ਸਾਡੇ ਥੋੜ੍ਹਾ ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਮੂਵਮੈਂਟ ਹੈ ਇਹ ਹੁਣ ਤੋਂ ਨਹੀਂ ਚੱਲੀ। ਇਹ ਜਦੋਂ ਦਾ ਇਹ ਕਰੋਨਾ ਵਾਇਰਸ ਸਟਾਰਟ ਹੋਇਆ ਨਾ, ਉਦੋਂ ਦੀ ਇਹ ਮੂਵਮੈਂਟਸ ਚੱਲ ਰਹੀਆਂ ਸੀਗੀਆਂ, ਔਰ ਸਟ੍ਰੀਮ ਮੀਡੀਆ ਨੇ ਕਵਰ ਨਹੀਂ ਕੀਤਾ। ਉਹਨਾਂ ਨੇ ਲਾਈਕ ਇਹ ਨਾਟ ਓਨਲੀ ਇਨ ਕੈਨੇਡਾ, ਆਲ ਓਵਰ ਵਰਲਡ ਵਿੱਚ ਇਹ ਮੂਵਮੈਂਟਸ ਚੱਲੀ ਜਾਂਦੀਆਂ ਸੀ। ਔਰ ਆਸਟ੍ਰੇਲੀਆ ਤੋਂ, ਮੈਲਬਰਨ ਤੋਂ ਬੜੀਆਂ ਖਬਰਾਂ ਆਈਆਂ, ਉੱਥੇ ਜੈਨੋਸਾਈਡ ਤੱਕ ਵੀ ਲੋਕਾਂ ਨੇ ਕਿਹਾ ਕਿ ਸਾਨੂੰ ਲਾਈਕ ਸਰਕਾਰਾਂ ਜਿਹੜੀਆਂ ਇੰਨੇ ਸਾਡੇ 'ਤੇ ਤਸ਼ੱਦਦ ਕਰ ਰਹੀਆਂ। ਹੁਣ ਪਿੱਛੇ ਜਿਹੇ ਇੰਗਲੈਂਡ ਵਾਲਿਆਂ ਨੇ ਵੀ ਸਟੈਪ ਬੈਕ ਹੋਏ ਆ।
ਉਹਦਾ ਰੀਜ਼ਨ ਲੋਕੀ ਅਫਵਾਹਾਂ ਇਹ ਉੱਡ ਰਹੀਆਂ ਕਿ ਜੀ ਉਹ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਆ ਉਹ ਐਕਸਪੋਜ਼ ਹੋ ਗਏ, ਉਹਨਾਂ ਨੇ ਫਿਰ ਆਪਣਾ ਅਕਸ ਬਚਾਉਣ ਵਾਸਤੇ ਸਾਰਾ ਕੁਝ ਕੀਤਾ ਕਿ ਉਹਨਾਂ ਨੇ ਇਹ ਆਪਣੇ ਯੂਕੇ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਬਰਾਊਨ, ਅੱਛਾ ਜੌਨ ਬਰਾਊਨ ਜਾਂ ਮਿਸਟਰ ਬੋਰਿਸ ਹਾਂਜੀ, ਉਹ ਐਕਚੁਅਲੀ ਹੋਇਆ ਕਿ ਉੱਥੇ ਦੇ ਜਿਹੜੇ ਇੰਗਲੈਂਡ ਦੇ ਲੋਕਾਂ ਨੇ ਸਰਕਾਰ ਦੇ ਉੱਤੇ ਜੈਨੋਸਾਈਡ ਦਾ, ਮਰਡਰ ਦਾ ਤੇ ਹੋਰ ਕਾਫੀ ਵੱਡਾ ਇੱਕ ਕ੍ਰਿਮੀਨਲ ਕੋਰਟ ਦੇ ਵਿੱਚ ਕੇਸ ਕੀਤਾ। 2 ਕੇਸ ਹੋਏ, ਇੱਕ ਕ੍ਰਿਮੀਨਲ ਕੋਰਟ ਦੇ ਵਿੱਚ ਹੋਇਆ, ਇੱਕ FIR ਲਾਂਚ ਜਿੱਦਾਂ ਹੁੰਦੀ ਆ ਉੱਦਾਂ ਪੁਲਿਸ ਦੇ ਵਿੱਚ ਉਹਨਾਂ ਨੇ ਸਪੈਸ਼ਲ FIR ਲਾਂਚ ਕੀਤੀ ਆ। ਉਹਨਾਂ ਦੇ ਜੇ ਕਿਸੇ ਸਰੋਤੇ ਨੂੰ ਵੇਰਵਾ ਚਾਹੀਦਾ ਹੈ ਤੇ ਅਸੀਂ ਉਹਦੀ ਕਾਪੀ ਵੀ ਪ੍ਰੋਵਾਈਡ ਕਰ ਦੇਵਾਂਗੇ, ਉਹਦਾ ਕੇਸ ਨੰਬਰ ਵੀ, ਸਾਰਾ ਕੁਝ, ਐਵਰੀਥਿੰਗ ਵੀ ਹੈਵ। ਹੁਣ ਉਹ ਤੋਂ ਬਾਅਦ ਫਿਰ ਸਰਕਾਰ ਨੂੰ ਲੱਗਿਆ ਕਿ ਇਹ ਸਾਡਾ ਇੱਕ ਪ੍ਰੈਸਟੀਜ ਇਸ਼ੂ ਨਹੀਂ ਹੁੰਦਾ ਕਿ ਲਾਈਕ ਸਾਨੂੰ ਕਿ ਹੁਣ ਜੇ ਲੋਕੀ ਸਾਡੇ ਇੰਨੇ ਅਗੇਂਸਟ ਹੋ ਗਏ ਆ ਤੇ ਫਿਰ ਅਸੀਂ ਫਿਰ ਲੋਕਾਂ ਕਰਕੇ ਤਾਂ ਅਸੀਂ ਆ। ਉਸ ਤੋਂ ਇਹਨਾਂ ਨੇ ਤੀਸਰੇ ਦਿਨ ਇਹਨਾਂ ਨੇ ਬਿਆਨ ਦੇ ਦਿੱਤਾ ਕਿ ਜੀ ਲਾਈਕ ਅਸੀਂ ਸਟੈਪ ਬੈਕ ਕਰ ਰਹੇ ਹਾਂ। ਓਕੇ, ਚਲੋ ਮੈਂ ਇਹ ਕਹੂੰਗਾ ਕਿ ਇੰਗਲੈਂਡ ਵਰਗਾ ਮੁਲਕ ਜਿਹਨੇ ਸਾਰੀ ਦੁਨੀਆ 'ਤੇ ਰਾਜ ਕੀਤਾ ਕਿਸੇ ਟਾਈਮ, ਔਰ ਕੈਨੇਡਾ ਵਿੱਚ ਵੀ ਉਹਦਾ ਸਿੱਕਾ ਅਜੇ ਵੀ ਚੱਲਦਾ ਆ। ਜੇ ਉਹ ਮੁਲਕ ਉਹਨੇ ਸਿਆਣਪ ਵਰਤੀ ਆਪਣੇ ਨਾਗਰਿਕਾਂ ਕਰਕੇ ਕਿ ਮੇਰੇ ਨਾਗਰਿਕ ਜੇ ਜਿਹੜੇ ਦੇਸ਼ ਦੇ ਸਿਟੀਜ਼ਨ ਆ ਉਹੋ ਹੀ ਇੰਨੇ ਟਰਬਲ ਵਿੱਚ ਆ ਸਕਦੇ ਤੇ ਫਿਰ ਮੇਰਾ ਕੀ ਫਾਇਦਾ ਜਾਂ ਸਰਕਾਰਾਂ ਦਾ ਕੀ ਫਾਇਦਾ ਨਾ। ਸਰਕਾਰਾਂ ਤਾਂ ਲੋਕਾਂ ਵਾਸਤੇ ਆ ਨਾ। ਸਿਆਣਪ ਵਰਤੀ ਉਹਨਾਂ ਨੇ ਔਰ ਉਹ ਸਟੈਪ ਬੈਕ ਹੋਏ। ਉਸ ਤੋਂ ਬਾਅਦ ਸਟੈਪ ਬੈਕ ਦਾ ਥੋੜਾ ਜਿਹਾ ਹੋਰ ਵਿਸਥਾਰ ਦਿਓ। ਸਟੈਪ ਬੈਕ ਦਾ ਮਤਲਬ ਇਹ ਕਿ ਜਿੰਨੀਆਂ ਪਾਬੰਦੀਆਂ ਸੀ ਉਹ ਹਟਾ ਲਈਆਂ ਗਈਆਂ, ਪਾਬੰਦੀਆਂ ਸਾਰੀਆਂ ਹਟਾਤੀਆਂ ਉਹਨਾਂ ਨੇ। ਵੈਕਸੀਨੇਸ਼ਨ ਮੈਂਡੇਟ ਜਿਹੜੀ ਆ ਉਹ ਹਟਾਤੀ। ਅੱਛਾ, ਮੈਂਡੇਟਰੀ ਨਹੀਂ ਰਹੀ, ਤੁਹਾਡਾ ਦਿਲ ਕਰਦਾ ਲਵਾਓ, ਦਿਲ ਕਰਦਾ। ਹਾਂਜੀ, ਉਹਨਾਂ ਨੇ ਜਿੱਦਾਂ ਫਲੂ ਸ਼ਾਟ ਆ ਆਪਣੇ, ਉਹਨਾਂ ਨੇ ਕਿਹਾ ਕਿ ਜਿਹਨੇ ਲਗਵਾਉਣੀ ਲਗਵਾਓ, ਜਿਹਨੇ ਨਹੀਂ ਲਗਵਾਉਣੀ ਨਾ ਲਗਵਾਓ। ਕਿਸੇ ਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਊਗਾ, ਕਿਸੇ ਦੀ ਕੋਈ ਜੌਬ ਨਹੀਂ ਖੋਈ ਜਾਊਗੀ, ਕਿਸੇ ਨੂੰ ਸਟੱਡੀ ਤੋਂ ਨਹੀਂ ਰੋਕਿਆ ਜਾਊਗਾ ਯੂਨੀਵਰਸਿਟੀ ਵਿੱਚ ਜਾਂ ਕਿਤੇ ਵੀ ਵੇਅਰਐਵਰ। ਲਾਈਕ ਫਰੀडम ਟੋਟਲੀ ਫਰੀ ਹੈਗੇ ਆ ਉੱਥੇ ਕਿ ਕੋਈ ਇਹ ਨਹੀਂ ਹੈਗਾ। ਦੇਖੋ ਕਹਿੰਦਾ ਮੰਨ ਲਓ ਕਿ ਜਾਂ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਇਹ ਕਹਿ ਦੇਣ ਕਿ ਇੰਗਲੈਂਡ ਵਰਗਾ ਦੇਸ਼ ਜਿਹੜਾ ਉਹ ਨਕਸ਼ੇ ਵਿੱਚ ਹੈ ਹੀ ਨਹੀਂਗਾ, ਜਾਂ ਤਾਂ ਇਹ ਕਹਿ ਦੇਣ ਕਿ ਇੰਗਲੈਂਡ ਨੂੰ ਅਸੀਂ ਮੰਨਦੇ ਨਹੀਂ। ਹਾਲਾਂਕਿ ਇੰਗਲੈਂਡ ਦਾ ਅਜੇ ਵੀ ਇੱਥੇ ਸਿੱਕਾ ਚੱਲਦਾ। ਬਿਲਕੁਲ, ਆਪਾਂ ਓਥ ਲੈਨੇ ਆ ਮਹਾਰਾਣੀ ਦੇ ਲਾਇਲ ਹੋਣ ਦੀ ਓਥ ਲੈਨੇ ਆ, ਔਰ ਲਗਾਤਾਰ ਇਹਦੇ ਬਾਰੇ ਵੀ ਚਲੋ ਇੱਕ ਵੱਖਰਾ ਵਿਸ਼ਾ ਕਰੀ ਤੇ ਇਸ ਵਿਸ਼ੇ ਤੇ ਵੀ ਕਦੀ ਗੱਲ ਕਰਾਂਗੇ ਆਪਾਂ। ਇਸ ਵਿਸ਼ੇ ਨਾਲ ਜੋੜਨ ਦਾ ਮਤਲਬ ਇਹੀ ਆ ਕਿ ਅਗਰ ਉਹ ਕੰਟਰੀ ਜਿਹੜਾ ਜਿਹਨੇ ਸਾਰੀ ਦੁਨੀਆ ਤੇ ਕਿਸੇ ਟਾਈਮ ਰਾਜ ਕੀਤਾ, ਉਹ ਕੰਟਰੀ ਆਪਣੇ ਪਿੱਛਾ ਆ ਸਕਦਾ ਆ, ਲੋਕਾਂ ਦੇ ਨਾਲ ਜਾ ਸਕਦਾ ਆ, ਤੇ ਵਾਈ ਨਾਟ ਇਨ ਕੈਨੇਡਾ। ਔਰ ਕੈਨੇਡਾ ਵਰਗੇ ਮੁਲਕ ਜਿਹੜੇ ਆ ਉਹ ਹੁਣ ਜਿੱਦਾਂ ਤੁਸੀਂ ਕਿਹਾ ਕਿ ਜੋ ਬਾਈਡਨ ਸਾਹਿਬ ਨੇ ਬਿਆਨ ਦਿੱਤਾ ਕਿ ਹਾਂਜੀ, ਆਪਾਂ ਆਫ ਦੀ ਏਅਰ ਗੱਲ ਕਰ ਰਹੇ ਸੀ, ਦਰਸ਼ਕਾਂ ਨਾਲ ਗੱਲ ਨਹੀਂ ਕੀਤੀ ਕਿਉਂਕਿ ਅੱਜ ਦੀਆਂ ਜਿਹੜੀਆਂ ਖਬਰਾਂ ਤਾਜ਼ਾ ਨੇ ਉਹਦੇ ਵਿੱਚ ਸ਼ਾਇਦ ਮੇਰੇ ਖਿਆਲ ਟਰੂਡੋ ਸਾਹਿਬ ਦੀ ਅੱਜ ਗੱਲ ਵੀ ਹੋਣੀ ਸੀਗੀ, ਦੁਪਹਿਰ ਨੂੰ ਹੋ ਗਈ ਹੋਏਗੀ ਹੁਣ ਤੱਕ, ਕਿਉਂਕਿ ਅੱਜ ਦੀ ਉਹ ਖਬਰ ਹੈ। ਜੋ ਬਾਈਡਨ ਨੇ ਕਿਹਾ ਹੈ ਕਿ ਪ੍ਰਾਈਮ ਮਿਨਿਸਟਰ ਟਰੂਡੋ ਹੋਰੀ ਆਪਣੀਆਂ ਜਿਹੜੀਆਂ ਸ਼ਕਤੀਆਂ ਨੇ ਉਹਦਾ ਇਸਤੇਮਾਲ ਕਰਨ ਤੇ ਜਿਹੜਾ ਇਹ ਵੱਡਾ ਲਾਸ ਹੋ ਰਿਹਾ ਇਕਨੋਮੀ ਨੂੰ, ਮਤਲਬ ਪਲੱਸ ਜਿਹੜੀਆਂ ਰਿਊਮਰਸ ਜਾ ਰਹੀਆਂ ਨੇ ਜਿਸ ਤਰੀਕੇ ਨਾਲ ਫਿਰ ਕੈਨੇਡਾ ਦੀ ਆਪਣੀ ਹੋਂਦ ਕਿੱਥੇ ਚਲੀ ਗਈ ਕਿ ਜੇ ਮਤਲਬ ਡਿਕਟੇਟ ਹੀ ਦੂਸਰੀ ਕੰਟਰੀ ਤੋਂ ਕਰਵਾਉਣਾ ਆ, ਫਿਰ ਆਪਣੇ ਜਿਹੜੇ ਲੋਕਾਂ ਦੇ ਫੰਡਾਮੈਂਟਲ ਰਾਈਟਸ ਹੈਗੇ ਆ, ਜਿਹੜਾ ਚਾਰਟਰ ਆਫ ਰਾਈਟਸ ਨੂੰ ਬ੍ਰੀਚ ਕਰ ਰਹੀਆਂ ਗਵਰਨਮੈਂਟਸ, ਫਿਰ ਤਾਂ ਸਮਝ ਲਓ ਕਿ ਦੂਸਰੀ। ਇਹਦਾ ਮਤਲਬ ਇਹ ਹੋਇਆ, ਹੁਣ ਇਹ ਸਾਬਤ ਹੋ ਗਿਆ ਕਿ ਜੋ ਵੀ ਹੋ ਰਿਹਾ ਹੁਣ ਇਸ ਵੇਲੇ ਤੱਕ ਵੀ ਉਹ ਸਾਰਾ ਕੁਝ ਅਮਰੀਕਾ ਦੇ ਕਹੇ ਤੇ ਹੋ ਰਿਹਾ। ਇਹਦਾ ਸਿੱਧਾ ਇਹੀ ਛੱਟਾ ਨਿਕਲਦਾ ਹੈ ਕਿ ਜੋ ਵੀ ਇੰਸਟਰਕਸ਼ਨਾਂ ਮਿਲ ਰਹੀਆਂ ਆ ਉੱਥੋਂ ਮਿਲ ਰਹੀਆਂ। ਜਿੱਦਣ ਅਮਰੀਕਾ ਨੇ ਹਰੀ ਝੰਡੀ ਦੇ ਦਿੱਤੀ ਉਦੋਂ ਕੈਨੇਡਾ ਨੇ ਵੀ ਕਹਿ ਦੇਣਾ ਜੀ ਠੀਕ ਹੈ ਜੀ ਅਸੀਂ ਆਪਣੀ। ਅੱਛਾ, ਬਹੁਤ ਸਾਰੀਆਂ ਸਟੇਟ ਕੈਨੇਡਾ ਦੀਆਂ ਵੀ ਜਿਨ੍ਹਾਂ ਦੇ ਵਿੱਚ ਆਪਣੀ ਕੁਬੈਕ ਤੇ ਆਪਣੀ ਅਲਬਰਟਾ, ਉਹਨਾਂ ਨੇ ਵੀ ਕੁਝ ਸਟੈਪ ਲਏ ਨੇ ਔਰ ਕਿਹਾ ਜਾ ਰਿਹਾ ਹੈ ਕਿ ਜਿਹੜੀ ਮਾਸਕ ਹੈ ਉਹ ਮੈਂਡੇਟਰੀ ਨਹੀਂ ਰਹੇਗੀ, ਵੈਕਸੀਨੇਸ਼ਨ ਤੁਹਾਨੂੰ ਕਿਤੇ ਜਾ ਕੇ ਸਰਟੀਫਿਕੇਟ ਦਿਖਾਉਣ ਦੀ ਲੋੜ ਨਹੀਂ ਪੈਗੀ। ਹੌਲੀ ਹੌਲੀ ਸਟੈਪ ਬਾਈ ਸਟੈਪ ਸ਼ਾਇਦ ਇਸ ਪਾਸੇ ਗੱਲ ਤੁਰੀ ਆ। ਕੀ ਤੁਸੀਂ ਇਸ ਨੂੰ ਇਹ ਜਿਹੜਾ ਪ੍ਰੈਸ਼ਰ ਬਣਿਆ ਜਿਹੜੀ ਖਾਸ ਕਰਕੇ ਲੌਜਿਸਟਿਕ ਵਾਲੇ ਟਰੱਕਿੰਗ ਵਾਲੇ ਦੀ ਸਟ੍ਰਾਈਕ ਆ,
ਉਹਦੇ ਨਾਲ ਰਿਲੇਟ ਕਰਦੇ ਹੋ, ਜਾਂ ਫਿਰ ਸਰਕਾਰਾਂ ਹੁਣ ਇਹ ਸਮਝਦੀਆਂ ਨੇ ਕਿ ਹੁਣ ਉਹ ਉਹਨਾਂ ਖਤਰਾ ਨਹੀਂ ਆ? ਜਿਵੇਂ ਪਹਿਲਾਂ ਕਿਹਾ ਗਿਆ ਕਿ ਓਮਿਕਰੋਨ ਇੱਕ ਇਹੋ ਜਿਹਾ ਵੇਰੀਐਂਟ ਹੈ ਜਿਹੜਾ ਹੋਇਆ ਨਾ ਹੋਇਆ ਇੱਕ ਬਰਾਬਰ ਹੈ, ਜ਼ੁਕਾਮ ਜਿਹਾ ਕਰੂਗਾ ਪਰ ਬੰਦਾ ਮਰਦਾ ਨਹੀਂ। ਮੈਂ ਹੁਣ ਆਪਣੇ ਸਰੋਤਿਆਂ ਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਹੁਣ ਓਮਿਕਰੋਨ ਹੋ ਰਹੀ ਤੇ ਡੈਲਟਾ ਵੇਰੀਐਂਟ ਕਿੱਥੇ ਚਲਾ ਗਿਆ? ਹਾਂਜੀ, ਕਿ ਡੈਲਟਾ ਵੇਰੀਐਂਟ ਜਿਹੜਾ ਆ ਉਹ ਹੁਣ ਉਹਨੂੰ ਕੀ ਮਤਲਬ ਉਹਦੀ ਕੋਈ ਅਹਿਮੀਅਤ ਨਹੀਂ ਰਹੀ ਕਿ ਓਮਿਕਰੋਨ ਇਹਨਾਂ ਨੇ ਇੱਕ ਨਵਾਂ ਪ੍ਰੋਡਕਟ ਲਿਆ ਕੇ ਮੋਰੇ ਰੱਖ ਦਿੱਤਾ। ਉਹ ਟੈਕਨੀਕਲ ਚੀਜ਼ ਪੁੱਛਦੇ ਹਰਪ੍ਰੀਤ ਤੁਹਾਨੂੰ, ਕਿਉਂਕਿ ਹੋਮਿਓਪੈਥ ਨੇ, ਡਾਕਟਰੀ ਦੇ ਪੇਸ਼ੇ ਨਾਲ ਸੰਬੰਧਿਤ ਨੇ, ਸਾਇੰਟਿਸਟ ਸਮਝ ਲਓ ਹੁੰਦੇ ਨੇ ਦੋਸਤ ਲੋਕ, ਉਹਦੇ ਲਈ ਕਿਹਾ ਇਹ ਜਾਂਦਾ ਹੈ ਕਿ ਜਿਹੜਾ ਇਹ ਹੈ ਜੀ ਆਪਣਾ ਵਾਇਰਸ ਹੈ, ਇਹ ਆਪਣਾ ਰੂਪ ਬਦਲੀ ਜਾਂਦਾ ਹੈ। ਪਹਿਲਾਂ ਡੈਲਟਾ ਦੇ ਰੂਪ ਚ ਆਇਆ, ਫਿਰ ਦੂਜੇ ਚ ਆਇਆ, ਕਿਸੇ ਵੇਲੇ ਬੜਾ ਹਾਰਡ ਤੇ ਸਵੀਅਰ ਅਟੈਕ ਕਰਦਾ, ਤੇ ਕਿਸੇ ਵੇਲੇ ਜਦੋਂ ਆਪਣੀ ਸ਼ੇਪ ਬਦਲਦਾ, ਕਿਉਂਕਿ ਸ਼ਾਇਦ ਜਿੱਦਾਂ ਉਹ ਕਹਿੰਦੇ ਆ ਨਾ ਧੋਖਾ ਦੇਣ ਲਈ ਕਿ ਜਿਹੜੀ ਵੈਕਸੀਨ ਬਣਾਈ ਹੈ ਤੁਸੀਂ ਉਹ ਇਫੈਕਟਿਵ ਨਾ ਰਵੇ, ਉਹ ਆਪਣਾ ਰੂਪ ਬਦਲ ਕੇ ਆ ਜਾਂਦਾ। ਕੁਝ ਹੋਰ ਤਰ੍ਹਾਂ ਦੇ ਬੈਕਟੀਰੀਆ ਸ਼ਾਮਲ ਹੋ ਜਾਂਦੇ ਆ, ਜਾਂ ਕੀ ਹੁੰਦਾ ਹੈ, ਵੇਰੀਐਂਟ ਹੁੰਦੇ ਕੀ ਆ ਵੈਸੇ? ਥੋੜ੍ਹਾ ਜਿਹਾ ਸਾਨੂੰ ਇਹ ਸਮਝਾਓ, ਤੇ ਇਹਨਾਂ ਦਾ ਨਾਮਕਰਨ ਕਿੱਦਾਂ ਹੁੰਦਾ? ਦੇਖੋ ਜੀ, ਵਾਇਰਸ ਕੋਈ ਨਵੀਂ ਚੀਜ਼ ਨਹੀਂ ਹੈਗੀ। ਵਾਇਰਸ ਮਨੁੱਖ ਦੇ ਆਉਣ ਤੋਂ ਪਹਿਲਾਂ ਹਜ਼ਾਰਾਂ ਸਾਲ, ਲੱਖਾਂ ਸਾਲ ਸੀ, ਹੁਣ ਵੀ ਹੈ ਤੇ ਗਾਂ ਵੀ ਰਹੇਗਾ। ਇਹ ਵਾਇਰਸ ਇਹੋ ਜਿਹੀ ਚੀਜ਼ ਹੈ, ਤੁਸੀਂ ਇਹਨੂੰ ਮਾਸਕ ਦੇ ਵਿੱਚ ਕਵਰ ਕਰਕੇ ਜਾਂ ਜੇਬ 'ਚ ਪਾ ਕੇ, ਇਹ ਇਹੋ ਜਿਹੀ ਚੀਜ਼ ਨਹੀਂ ਜਿਹੜੀ ਤੁਸੀਂ ਇਹ ਤੋਂ ਭੱਜ ਸਕਦੇ ਆ। ਨੋ, ਯੂ ਹੈਵ ਟੂ ਡੀਲ ਵਿਦ ਦਿਸ। ਸੋ ਮਤਲਬ ਤੁਹਾਡੇ ਕਹਿਣ ਦਾ ਉਹ ਵੀ ਰੱਬ ਦਾ ਜੀ ਆ, 84 ਲੱਖ ਜੂਨਾਂ ਚ ਉਹਦੀ ਵੀ ਇੱਕ ਜੂਨ ਹੈ। ਐਬਸੋਲੂਟਲੀ। ਅੱਛਾ, ਮੈਂ ਥੋੜਾ ਜਿਹਾ ਇੱਥੇ ਡਾਕਟਰ ਸਾਹਿਬ ਨੂੰ ਰੋਕਣਾ ਚਾਹੁੰਦਾ। ਨੋ ਡਾਊਟ ਵਾਇਰਸ ਹੈਗਾ ਆ, ਬਟ ਜਿਹੜਾ ਇਹਨਾਂ ਸਰਕਾਰਾਂ ਨੇ ਜਿੰਨੇ ਵੀ ਜਿੱਥੇ ਵੀ ਵਾਇਰਸ ਦੌੜਾ ਫਿਰਦਾ ਕਹਿ ਰਹੇ ਆ, ਜਿਹੜਾ ਇਹਨਾਂ ਸਰਕਾਰਾਂ ਨੇ ਸਾਡੇ ਤੇ ਥੋਪਿਆ ਆ, ਉਹ ਵਾਇਰਸ ਨਹੀਂ। ਮੈਂ ਤੁਹਾਨੂੰ ਪਹਿਲਾਂ ਤੁਹਾਡੇ ਪਹਿਲੇ ਪ੍ਰੋਗਰਾਮ 'ਚ ਦੱਸ ਚੁੱਕਾ ਆ। ਔਰ ਲੋਕੀ ਹੁਣ ਡਾਕਟਰ ਸਾਹਿਬ, ਅਸੀਂ ਆਪਣੇ ਗਿੱਲ ਸਾਹਿਬ ਥੋੜ੍ਹਾ ਜਿਹਾ ਅਸੀਂ ਹੁਣ ਆਪਣਾ ਜਿਹੜੀ ਮੂਵਮੈਂਟ ਹੈ ਨਾ, ਉਹ ਅਸੀਂ ਹੁਣ ਪਰਸਨਲੀ ਲੋਕਾਂ ਨੂੰ ਮਿਲ ਕੇ ਸ਼ੁਰੂ ਕੀਤੀ ਆ। ਅਸੀਂ ਫਲਾਇਰ ਵੰਡ ਰਹੇ ਹਾਂ ਲੋਕਾਂ ਨੂੰ, ਹੋਰ ਜਾਗਰਤ। ਪਰ ਮੈਨੂੰ ਥੋੜੀ ਜਿਹੀ ਵਾਇਰਸ ਬਾਰੇ ਸਮਝ, ਕਿਉਂਕਿ ਸਾਡੇ ਸਧਾਰਨ ਜਿਹੜੇ ਦਰਸ਼ਕ ਨੇ ਉਹਨਾਂ ਵਾਸਤੇ ਸ਼ਾਇਦ ਇਨਫੋਰਮੇਸ਼ਨ ਇਹ ਬਹੁਤ ਵਧੀਆ ਹੋਵੇ ਜਿਹੜੀ ਹਰਪ੍ਰੀਤ ਜੀ ਦੇ ਰਹੇ ਸੀਗੇ। ਆਪਾਂ ਇਹਨਾਂ ਕੋਲ ਸਮਝ ਲਈਏ ਐਕਚੁਅਲੀ ਕਿ ਇਹ ਵਾਇਰਸ ਜਿਹੜੀ ਆ, ਇਹ ਡਾਕਟਰੀ ਦੀ ਭਾਸ਼ਾ ਜਿਹਦਾ ਕੀ ਮਤਲਬ ਆ, ਇਹ ਕਿੱਦਾਂ ਰੂਪ ਬਦਲਦਾ, ਕਿੱਦਾਂ ਫੈਲਦਾ, ਤੇ ਇਹਨੂੰ ਰੋਕਣ ਲਈ ਜਿਹੜੇ ਮਈਅਰ ਸਾਇੰਟਿਸਟ ਕਰਦੇ ਨੇ, ਡਾਕਟਰ ਕਰਦੇ ਨੇ, ਉਹ ਕੀ ਹੁੰਦੇ ਆ, ਤੇ ਫਿਰ ਅੱਗੇ ਕਰਦੇ ਆ ਕਿ ਇਹ ਵਾਇਰਸ ਹੈ ਵੀ ਕਿ ਨਹੀਂ, ਇਹ ਗੱਲ ਵੱਖਰੀ ਆ, ਇਹ ਵੱਖਰਾ ਵਿਸ਼ਾ। ਤਾਂ ਵਾਇਰਸ ਬਾਰੇ ਥੋੜੀ ਜਿਹੀ ਗੱਲ ਸਮਝ ਲਈ ਆਪਾਂ। ਜੀ, ਮੈਂ ਉਹੀ ਗੱਲ ਕਰਦਾ ਸੀ ਨਾ, ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਆਪਾਂ ਖਤਮ ਕਰ ਲਈ। ਇਹ ਖਤਮ ਨਹੀਂ ਹੋਣੀ, ਇਹ ਰੱਬ ਦੇ ਹੱਥ ਹੈ, ਉਹਨੇ ਬਣਾਈ ਹੈ, ਤੇ ਇਹ ਸਾਡੇ ਨਾਲ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਗਾਂ ਵੀ ਰਹਿਣੀ ਹੈ। ਸੋ ਜਿਹੜਾ ਵਾਇਰਸ ਹੁੰਦਾ ਇਹਨੇ ਜੀ, ਉਹ ਨੈਚੁਰਲੀ ਮਿਊਟੇਟ ਕਰਦਾ ਆਲ ਦ ਟਾਈਮ। ਇਹ ਨਹੀਂ ਕਿ ਹੁਣ ਕਦੀ ਡੈਲਟਾ ਆ ਗਿਆ, ਜਾਂ ਕਦੀ ਐਲਫਾ ਆ ਗਿਆ, ਜਾਂ ਬੈਟਾ ਆ ਗਿਆ, ਥੀਟਾ ਆ ਗਿਆ, ਇਹ ਆਈ ਜਾਣੇ ਆ। ਸੋ ਨਹੀਂ, ਇਹ ਆਉਂਦੇ ਕਿੱਥੋਂ? ਬੋਡੀ ਦੇ ਇਨਸਾਈਡ ਹੁੰਦੇ ਹਮੇਸ਼ਾ, ਜਾਂ ਕਿਤੇ ਬਾਹਰੋਂ এনवायरमेंट ਚੋਂ ਆ ਕੇ ਸਾਨੂੰ ਚੁੱਬੜ ਜਾਂਦੇ ਆ? ਨਹੀਂ, ਸਾਡੀ ਬੋਡੀ ਦੇ ਅੰਦਰ ਵੀ ਹੁੰਦੇ ਆ ਜੀ। ਬਹੁਤ ਸਾਰੇ ਵਾਇਰਸ ਸਾਡੇ ਬੋਡੀ ਦੇ ਅੰਦਰ ਹੁੰਦੇ ਆ ਤੇ ਇਨਐਕਟਿਵ ਹੁੰਦੇ ਆ। ਅੱਛਾ। ਸੋ ਜ਼ਰੂਰੀ ਚੀਜ਼ ਇਹ ਹੈ ਜੀ ਕਿ ਸਾਡੀ ਇਮਿਊਨਿਟੀ ਸਟਰੋਂਗ ਹੋਣੀ ਚਾਹੀਦੀ ਹੈ, ਬਜਾਏ ਕਿ ਤੁਸੀਂ ਬਾਹਰੋਂ ਕੋਈ ਵੈਕਸੀਨ ਲਾਓ ਜਾਂ ਗੋਲੀ ਖਾਓ। ਸੋ ਜੇ ਤੁਹਾਡੀ ਇਮਿਊਨਿਟੀ ਠੀਕ ਹੈ ਨਾ ਜੀ, ਜੇ ਤੁਸੀਂ ਤੰਦਰੁਸਤ, ਤੁਸੀਂ ਐਕਸਰਸਾਈਜ਼ ਕਰਦੇ ਹੋ, ਤੁਹਾਡੀ ਡਾਈਟ ਠੀਕ ਹੈ, ਧੁੱਪ ਲੈਂਦੇ ਹੋ, ਤੁਸੀਂ ਨੀਂਦ ਪੂਰੀ ਕਰਦੇ ਹੋ, ਤੁਹਾਡੀ ਇਮਿਊਨਿਟੀ ਫਿੱਟ ਹੈ ਨਾ, you don't need to worry about anything. ਸੋ ਗਵਰਨਮੈਂਟ ਕੀ ਕਰ ਰਹੀ ਹੈ? ਨਹੀਂ, ਖਾਲੀ ਜਿਹੜੀ ਹੈ ਮਹਾਮਾਰੀ ਇਹਦੇ ਸੰਬੰਧ ਚ ਗੱਲ ਕਰ ਰਹੇ ਜਾਂ ਬਾਕੀ ਬਿਮਾਰੀਆਂ ਦੇ ਸੰਬੰਧ ਚ ਵੀ ਕਰ ਰਹੇ ਹੋ? ਕਿਉਂਕਿ ਇਨ ਜਨਰਲ ਜੇ ਗੱਲ ਕਰੀਏ ਤੇ ਆਪਾਂ ਬਹੁਤ ਸਾਰੀਆਂ ਐਂਟੀਬਾਇਓਟਿਕ ਦਵਾਈਆਂ ਖਾਂਦੇ ਆ, ਉਹ ਵੀ ਕਹਿੰਦੇ ਆ ਕਿ ਇਹਦਾ ਬੈਕਟੀਰੀਆ ਵੀ ਨੂੰ ਡਿਵੈਲਪ ਕਰਦੀਆਂ ਨੇ ਐਂਟੀ ਬੈਕਟੀਰੀਆ ਉਹਦੇ ਖਿਲਾਫ, ਤੇ ਉਹਨੂੰ ਇੱਕ ਦੂਜੇ ਨੂੰ ਸਨਬ ਕਰ ਲੈਂਦੇ ਆ, ਤੇ ਉਹ ਟ੍ਰੀਟਮੈਂਟ ਹੁੰਦਾ। ਤੁਸੀਂ ਡਾਕਟਰੀ ਭਾਸ਼ਾ ਸਮਝਾ ਦਿਓ, ਮੈਂ ਤੇ ਥੋੜੀ ਲੇਮੈਨ ਵਾਲੀ ਭਾਸ਼ਾ 'ਚ ਗੱਲ ਕਰ ਸਕਦਾ ਉਹਦੇ ਬਾਰੇ। ਜੀ ਜੀ ਜੀ, ਹਾਂਜੀ, ਮੈਂ ਉਹੀ ਗੱਲ ਕਰ ਰਿਹਾ ਸੀਗਾ ਜੀ। ਇਹ ਕੋਈ ਫੋਰਨ ਚੀਜ਼ ਨਹੀਂ ਹੈਗੀ, ਕੋਈ ਨਵੀਂ ਚੀਜ਼ ਨਹੀਂ ਹੈ। ਵੀ ਡੋਨਟ ਨੀਡ ਟੂ ਬੀ ਵਰੀਡ ਅਬਾਊਟ, ਕਿਉਂਕਿ ਜਿਹੜਾ ਐਵਰੀ ਈਅਰ ਸਾਨੂੰ ਫਲੂ ਹੁੰਦਾ ਉਹ ਵੀ ਇੱਕ ਵਾਇਰਸ ਹੈ। ਸੋ ਆਪਾਂ ਕਦੀ ਫਲੂ ਤੋਂ ਤਾਂ ਡਰੇ ਨਹੀਂ। ਸੋ ਇਹ ਇੱਕਦਮ ਹੀ ਸਾਡੇ ਵਿੱਚ ਡਰ ਕਿਵੇਂ ਪੈਦਾ ਹੋ ਗਿਆ? ਤੁਹਾਡਾ ਕਹਿਣ ਦਾ ਮੰਨ ਲਓ ਕਿ ਫਲੂ ਤੇ ਵਾਇਰਸ 'ਚ ਕੋਈ ਫਰਕ ਨਹੀਂ। ਦੇਖੋ ਜੀ, ਇਹੀ ਕਿਹਾ, ਇਹ ਜਿਹੜਾ ਵਾਇਰਸ, ਕੋਵਿਡ ਦਾ ਵਾਇਰਸ ਕਹਿ ਰਹੇ ਆ, ਦੁਨੀਆ ਦੇ ਵਿੱਚ 68 ਲੋਕਾਂ ਨੇ 68 ਲੈਬਸ ਨੂੰ ਪੁੱਛਿਆ, ਡਿਫਰੈਂਟ ਕੰਟਰੀਜ਼ ਦੇ। ਈਵਨ ਹੈਲਥ ਕੈਨੇਡਾ ਨੂੰ, ਬਰੈਂਪਟਨ ਦੀ ਲੇਡੀ ਨੇ ਇੱਕ ਚਿੱਠੀ ਪਾਈ ਸੀ, ਉਹਨਾਂ ਨੇ ਪੁੱਛਿਆ ਕਿ ਸਾਨੂੰ ਇਹ ਐਵੀਡੈਂਸ ਦਿਓ ਕਿ ਇਹ ਜਿਹੜਾ ਤੁਸੀਂ ਕੋਵਿਡ ਵੇਰੀਐਂਟ ਕਹਿ ਰਹੇ ਹੋ ਜਾਂ ਕੋਵਿਡ ਵਾਇਰਸ ਕਹਿ ਰਹੇ ਹੋ, ਕੋਈ ਵੀ ਵੇਰੀਐਂਟ ਹੋਵੇ, ਇਹ ਪ੍ਰੂਵ ਕਰੋ ਕਿ ਨਾਰਮਲ ਫਲੂ ਨਾਲੋਂ ਇਹ ਵੱਖਰਾ ਹੈ। 68 ਤੋਂ ਜ਼ਿਆਦਾ ਲੈਬਸ ਦੁਨੀਆ ਦੇ ਵਿੱਚ, ਉਹਨਾਂ 'ਚੋਂ ਇਹੀ ਗੱਲ ਆਈ ਕਿ ਸਾਡੇ ਕੋਲ ਕੋਈ ਐਵੀਡੈਂਸ ਹੀ ਹੈ ਨਹੀਂ। ਸੋ ਨਾਰਮਲ ਫਲੂ ਤੇ ਕੋਵਿਡ ਦੇ ਵਿੱਚ ਕੋਈ ਪ੍ਰੂਵ ਹੀ ਨਹੀਂ ਕਰ ਸਕੇ ਕਿ ਫਰਕ ਹੈ। ਸੋ ਜੇ ਤੁਸੀਂ ਪ੍ਰੂਵ ਹੀ ਨਹੀਂ ਕਰ ਸਕੇ ਤੇ ਤੁਸੀਂ ਵੈਕਸੀਨ ਕਾਹਦੇ ਵਾਸਤੇ ਬਣਾਤੀ? ਤੇ ਜੇ ਵੈਕਸੀਨ ਬਣਾਤੀ ਤੇ ਤੁਸੀਂ ਫੋਰਸ ਕਿਵੇਂ ਕਰ ਰਹੇ ਹੋ?
ਇਹਦਾ ਮਤਲਬ ਇਹ ਹੈ ਡਾਕਟਰ ਸਾਹਿਬ ਕਿ ਉਹ ਆਈਸੋਲੇਟ ਹੀ ਨਹੀਂ ਹੋਇਆ। ਆਈਸੋਲੇਟ ਹੀ ਨਹੀਂ ਹੋਇਆ ਜੀ। ਅੱਛਾ ਚਲੋ, ਇੱਕ ਤਾਂ ਗੱਲ ਇਹ ਹੋ ਗਈ। ਦੂਸਰੀ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਆਪਾਂ ਥੋੜਾ ਜਿਹਾ ਇਸ ਪਾਸੇ ਆਈਏ ਕਿ ਕੁਝ ਲੋਕ ਜਿਹੜੇ ਆ ਉਹ ਚਾਹ ਰਹੇ ਸੀ ਕਿ ਸਾਡੀ ਫਰੀडम ਹੈ ਤੇ ਅਸੀਂ ਇਹ ਵੈਕਸੀਨ ਨਹੀਂ ਲੈਣੀ। ਉਹਦੇ ਬਾਰੇ ਕੁਝ ਥੋੜੇ ਜੇ ਮੈਂ ਇਹਨੂੰ ਅਫਵਾਹ ਸ਼ਬਦ ਵਰਤੂੰਗਾ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇਦਾਂ ਨਹੀਂ ਹੈ ਕਿ ਸਰਕਾਰਾਂ ਆਪਣੇ ਹੀ ਲੋਕਾਂ ਨੂੰ ਕੋਈ ਖਤਮ ਕਰਨ ਦੀ ਸਕੀਮ ਬਣਾ ਰਹੀਆਂ ਨੇ, ਜਿੱਦਾਂ ਦੀਆਂ ਬਾਹਰ ਅਫਵਾਹਾਂ ਨੇ। ਬਹੁਤ ਕੁਝ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਇੰਜੈਕਸ਼ਨ ਲੱਗਣ ਤੋਂ ਬਾਅਦ ਤੁਹਾਡਾ ਦਿਮਾਗ ਕੰਮ ਕਰਨਾ ਬੰਦ ਕਰ ਦੇਗਾ, ਇਦਾਂ ਹੋ ਜਾਏਗਾ, ਕਈ ਤਰ੍ਹਾਂ ਦੀਆਂ ਗੱਲਾਂ ਦੱਸਦੇ ਨੇ। ਤੇ ਪਰ ਇਹ ਨਾਲ ਦੀ ਨਾਲ ਕੁਝ ਲੋਕ ਜਿਹੜੇ ਆ ਉਹ ਇਹਨੂੰ ਕੰਟਰਾਡਿਕਟ ਕਰਦੇ ਨੇ। ਉਹ ਕਹਿੰਦੇ ਨੇ ਯਾਰ ਇਹ ਮੂਰਖਾਂ ਵਾਲੀ ਗੱਲ ਹੈ, ਇੰਨੇ ਸਾਇੰਟੀਫਿਕ ਨੇ ਅਪਰੂਵ ਕਰਕੇ ਦਵਾਈ ਬਣਾਈ, ਇੰਨੀਆਂ ਗਵਰਨਮੈਂਟ ਨੇ ਇਹਨੂੰ ਅਪਰੂਵ ਕੀਤਾ, ਗਵਰਨਮੈਂਟ ਦੇ ਆਪੋ ਆਪਣੇ ਹੈਲਥ ਸਿਸਟਮ 'ਚ ਗਈ, ਉਹ ਆਖਰਕਾਰ ਕੁਝ ਤਾਂ ਹੈ ਨਾ ਜਿਹਦਾ ਕਰਕੇ ਉਹ ਆਪਣੇ ਲੋਕਾਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਆ। ਤੇ ਕੁਝ ਲੋਕ ਕਹਿੰਦੇ ਆ ਕਿ ਨਹੀਂ, ਅਸੀਂ ਨਹੀਂ ਇਸ ਚੀਜ਼ ਨੂੰ ਮੰਨਦੇ, ਸਾਨੂੰ ਸਾਡੀ ਫਰੀडम ਹੈ ਜੀ। ਪਰ ਕਿਉਂਕਿ ਇਹ ਜਦੋਂ ਕਿਹਾ ਜਾਂਦਾ ਹੈ ਕਿ ਇਹ ਇੱਕ ਕਿਸਮ ਦੀ ਛੂਤ ਦੀ ਬਿਮਾਰੀ ਮੈਂ ਕਹਿ ਸਕਦਾ ਕਿ ਜਿਹੜੀ ਇੱਕ ਤੋਂ ਦੂਜੇ ਨੂੰ ਲੱਗਦੀ ਆ ਜੀ। ਇਸ ਕਰਕੇ ਜਦੋਂ ਆਪਣੇ ਰਾਈਟ ਦੀ ਆਪਾਂ ਗੱਲ ਕਰਦੇ ਆ ਤੇ ਦੂਜੇ ਦੇ ਰਾਈਟਸ ਜਿਹੜੇ ਆ ਉਹ ਕਹਿੰਦੇ ਆ ਨਾ, ਰਾਈਟਸ ਤੁਹਾਡੇ ਉਹਨਾਂ ਚਿਰ ਹੀ ਆ ਜਿੰਨਾ ਚਿਰ ਤੁਸੀਂ ਦੂਜੇ ਦੇ ਰਾਈਟਸ ਨੂੰ ਨਹੀਂ ਦਬਾਉਂਦੇ। ਤੇ ਜੇ ਵਾਕਈ ਇਹ ਚੀਜ਼ ਜਿਹੜੀ ਹੈ ਇਨਫੈਕਸ਼ਨ ਹੈ ਕਿ ਮੇਰੇ ਤੋਂ ਤੁਹਾਨੂੰ, ਤੁਹਾਡੇ ਤੋਂ ਇਹਨਾਂ ਨੂੰ ਜਾ ਸਕਦਾ ਹੈ, ਤੇ ਫਿਰ ਜਿਹੜੇ ਲੋਕ ਕਹਿੰਦੇ ਕਿ ਸਾਡੀ ਫਰੀडम ਹੈ ਤੇ ਦੂਜਿਆਂ ਦੀ ਫਰੀडम ਦੇ ਵਿੱਚ ਦਖਲਅੰਦਾਜ਼ੀ ਨਹੀਂ ਹੋ ਜਾਂਦੀ ਕਿਤੇ? ਤੁਸੀਂ ਥੋੜੇ ਜਿਹਾ ਦੋਨੇ ਜਣੇ ਦੱਸ ਦਿਓ ਮੈਨੂੰ ਪੁੱਛਣਾ ਚਾਹੁੰਦੇ, ਮੈਨੂੰ ਪੁੱਛੋ, ਨਹੀਂ ਤਾਂ ਫਿਰ ਇਹਨਾਂ ਨੂੰ ਪਹਿਲਾਂ ਨਹੀਂ ਤੁਸੀਂ ਬਾਰੇ ਮੰਨ ਲਓ, ਫਿਰ ਮੈਂ ਉਹਦਾ ਜਵਾਬ ਦੋ ਤੇ ਆਪਣੇ ਢੰਗ ਨਾਲ ਦਿਓ। ਕੁਐਸਚਨ ਮੇਰਾ ਤੁਹਾਡੇ ਦੋਨਾਂ ਲਈ ਆ ਕਿਉਂਕਿ ਦੋਨੇ ਤੁਸੀਂ ਸਪੈਸ਼ਲਿਸਟ ਆਏ ਹੋ ਇਸ ਗੱਲ ਲਈ। ਦੇਖੋ ਗਿੱਲ ਸਾਹਿਬ, ਗੱਲ ਇੱਦਾਂ ਹੈ ਕਿ ਜਦੋਂ ਅਸੀਂ ਪਿਛਲੀ ਵਾਰੀ ਵੀ ਪ੍ਰੋਗਰਾਮ ਕੀਤਾ ਸੀਗਾ ਤੁਹਾਡੇ ਮਾਧਿਅਮ ਦੇ ਜ਼ਰੀਏ, ਅਸੀਂ ਸਿਰਫ ਪਹਿਲਾਂ ਵੀ ਇਹੀ ਗੱਲ ਕੀਤੀ ਸੀਗੀ, ਮੈਂ ਹੁਣ ਵੀ ਉੱਥੇ ਹੀ ਅਟਾਲਿਆ ਕਿ ਜਿੱਦਾਂ ਸਾਡੇ ਡਾਕਟਰ ਸਾਹਿਬ ਨੇ ਹੁਣੇ ਕਿਹਾ ਹੈ ਕਿ ਜਿਹੜਾ ਵਾਇਰਸ ਆ ਉਹ ਆਈਸੋਲੇਟ ਹੀ ਨਹੀਂ ਹੋਇਆ। ਜੇ ਆਈਸੋਲੇਟ ਵਾਇਰਸ ਨਹੀਂ ਹੋਇਆ ਤਾਂ ਫਿਰ ਦਵਾਈ ਕਾਹਦੀ? ਸਵਾਲ ਨਹੀਂ ਪੈਦਾ ਹੁੰਦਾ। ਤੁਸੀਂ ਕੈਨੇਡਾ ਦੀ ਜਿਹੜੀ ਹੈਲਥ ਕੈਨੇਡਾ ਆ ਉਹਨੂੰ ਤੁਸੀਂ ਕਾਲ ਕਰਕੇ, ਪਹਿਲੀ ਗੱਲ ਤਾਂ ਤੁਹਾਡੀ ਕਾਲ ਦਾ ਜਵਾਬ ਨਹੀਂ ਦੇਣਾ ਉਹਨਾਂ ਨੇ। ਤੁਸੀਂ ਉਹਨਾਂ ਨੂੰ ਈਮੇਲ ਕਰੋ, ਤੁਹਾਨੂੰ ਈਮੇਲ ਦਾ ਜਵਾਬ ਨਹੀਂ ਦੇਣਾ ਉਹਨਾਂ ਨੇ। ਕਿ ਪੁੱਛੋ ਉਹਨਾਂ ਨੂੰ ਆਈਸੋਲੇਟ ਹੋਇਆ ਇਹ ਵਾਇਰਸ, ਕਿਹੜੀ ਲੈਬ 'ਚ ਹੋਇਆ? ਜਦੋਂ ਹੈਲਥ ਕੈਨੇਡਾ ਜਿਹਨੂੰ ਇਹ ਸੁਪਰੀਮ ਮੰਨਦੇ ਆ ਅੱਜ ਦੀ ਡੇਟ ਵਿੱਚ, ਕਨਸਟੀਟਿਊਸ਼ਨ ਵੀ ਉਹਨੂੰ ਹੀ ਮੰਨ ਲਿਆ, ਮੰਨ ਲਓ ਸਾਰਾ ਕੁਝ ਕਹਿ ਲਓ ਕਿ ਉਹੋ ਹੀ ਹੈ ਸੁਪਰੀਮੋ, ਉਹਨੂੰ ਕਹਿ ਰਹੇ ਤੇ ਲੋਕਾਂ ਦੀਆਂ ਜਿਹੜੇ ਕਾਨੂੰਨ ਦੀਆਂ ਧੱਜੀਆਂ ਉਡਾਤੀਆਂ ਹੈਲਥ ਕੈਨੇਡਾ ਕਰਕੇ। ਔਰ ਹੈਲਥ ਕੈਨੇਡਾ ਕਹਿ ਰਹੀ ਹੈ ਮੈਨੂੰ ਪਤਾ ਹੀ ਨਹੀਂ ਕਿ ਆਈਸੋਲੇਟ ਹੋਇਆ। ਫਿਰ ਤੁਸੀਂ ਦੇਖੋ ਫਿਰ ਦਵਾਈ ਕਾਹਦੀ? ਫਿਰ ਜੇ ਉਹ ਬਿਮਾਰੀ ਹੈ ਹੀ ਨਹੀਂ ਉਹਦੀ ਦਵਾਈ ਕਾਹਦੀ? ਅੱਛਾ, ਮੈਂ ਹੁਣ ਇਹਨੂੰ ਇੱਦਾਂ ਵੀ ਜੋੜਦਾ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਅਸਲ 'ਚ ਇਹ ਅੱਜ ਦੀ ਗੱਲ ਨਹੀਂ ਹੈਗੀ। ਜਦੋਂ ਵੀ ਇਹਨਾਂ ਨੇ ਟੈਕਨੋਲੋਜੀ ਦੇ ਨਾਲ ਛੇੜਖਾਨੀ ਕੀਤੀ ਹੈ ਨਾ, ਉਦੋਂ ਲੋਕਾਂ ਦੇ ਉੱਤੇ ਬੜਾ ਇਫੈਕਟ ਹੋਇਆ ਔਰ ਲੋਕਾਂ ਦੀਆਂ ਮੌਤਾਂ ਹੋਈਆਂ। ਇਹ ਜੇ ਕਹੋ ਨਾ ਕਿ ਇਹਨਾਂ ਨੇ ਸਿਰਫ 2020 ਦੇ ਵਿੱਚ ਇਹ ਟੈਕਨੋਲੋਜੀ ਨੂੰ ਛੇੜਖਾਨੀ ਕੀਤੀ ਹੈ, ਨਹੀਂ। ਮੈਂ ਥੋੜਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਹਨਾਂ ਨੇ 4G ਲਾਂਚ ਕੀਤਾ ਸੀਗਾ 2009 ਦੇ ਵਿੱਚ, ਉਦੋਂ ਵੀ ਵਾਇਰਸ ਆਇਆ, ਉਦੋਂ H1N1 ਆਇਆ ਔਰ ਲੋਕਾਂ ਨੂੰ ਦੱਸਿਆ ਜੀ ਕਿ ਇਹ ਬੜਾ ਵਾਇਰਸ ਆ ਗਿਆ ਜੀ, ਲੋਕੀ ਇੰਨੀਆਂ ਡੈਥ ਹੋ ਗਈਆਂ, ਸਾਰਸ ਜਿਹਨੂੰ ਕਹਿੰਦੇ ਸੀ, ਰਾਈਟ। ਫਿਰ ਉਸ ਤੋਂ ਬਾਅਦ 3G ਜਦੋਂ ਇਹਨਾਂ ਨੇ ਪਹਿਲਾਂ ਲਾਂਚ ਕੀਤਾ 1998 ਦੇ ਵਿੱਚ, ਉਦੋਂ ਇਨਫਲੂਐਂਜ਼ਾ ਆਇਆ। ਫਿਰ ਕਾਲਰਾ 2G ਜਦੋਂ ਹੋਇਆ ਸਟਾਰਟ ਉਦੋਂ 1991 ਦੇ ਵਿੱਚ, ਤੇ ਫਸਟ ਇਨਫਲੂਐਂਜ਼ਾ ਜਦੋਂ ਫਸਟ ਜੀ ਜਦੋਂ ਇਹਨਾਂ ਨੇ ਲਾਈਕ ਸ਼ੁਰੂ ਕੀਤਾ, ਉਸ ਤੋਂ ਪਹਿਲਾਂ ਜਦੋਂ ਰੇਡੀਓ ਸਟਾਰਟ ਹੋਇਆ 1918 'ਚ, ਉਦੋਂ ਵੀ ਵਾਇਰਸ ਆਇਆ। ਮਤਲਬ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿੰਨੀ ਵਾਰੀ ਵੀ ਇਹਨਾਂ ਨੇ ਟੈਕਨੋਲੋਜੀ ਲਿਆਂਦੀ, ਔਰ ਜਿਹੜਾ 5G ਆ, 5G ਕਹਿ ਲਓ ਕਿ ਇਹਨਾਂ ਦੇ ਪੜਦਾਦਿਆਂ ਦਾ ਪੜਦਾਦਾ, ਲਾਈਕ ਸਾਰਿਆਂ ਨੂੰ ਮਾਤ ਪਾਉਂਦਾ। ਮੈਂ ਮਾਤ ਇਸ ਕਰਕੇ ਕਹਿਣਾ ਪਾਉਂਦਾ ਕਿ ਜਿਹੜੀ 4G ਦੇ ਵਿੱਚ ਜਿਹੜੀ ਆਪਣੇ ਡਾਊਨਲੋਡਿੰਗ ਹੈ ਨਾ, ਕਿਸੇ ਮੂਵੀ ਨੂੰ ਡਾਊਨਲੋਡ ਕਰਦੇ ਆ ਉਹਦੇ ਵਿੱਚ 6 ਮਿੰਟ ਲੱਗਦੇ ਆ, ਔਰ ਜਦੋਂ ਤੁਸੀਂ 5G ਦੇ ਥਰੂ ਜਦੋਂ ਤੁਸੀਂ ਡਾਊਨਲੋਡ ਕਰਦੇ ਆ ਉਦੋਂ 3.5 ਸੈਕਿੰਡ ਲੱਗਦਾ। ਸੋਚ ਕੇ ਦੇਖੋ ਪਰ ਗਿਲ ਸਾਹਿਬ ਕਿ ਇਹ ਫ੍ਰੀਕੁਐਂਸੀ। ਔਰ ਅੱਛਾ, ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸਦਾ। ਅਸੀਂ ਜਦੋਂ ਡਾਕਟਰ ਦੇ ਕੋਲ ਜਾਂਦੇ ਆ, ਅਸੀਂ ਡਾਕਟਰ ਨੂੰ ਕਹਿੰਦੇ ਅਸੀਂ ਜੈਕਟ ਨਹੀਂ ਪਾਉਣੀ ਇਹ ਜਿਹੜੀ ਤੁਸੀਂ ਸਾਨੂੰ ਪਹਿਨਾ ਰਹੇ ਆ,
ਕਿ ਅਸੀਂ ਨਹੀਂ ਜੈਕਟ ਪਾਉਣੀ ਜਦੋਂ ਐਕਸ-ਰੇ ਰੇਡੀਏਸ਼ਨ ਦੀ ਗੱਲ ਕਰ ਰਹੇ ਸੀ, ਠੀਕ ਹੈ। ਤੇ ਮੈਂ ਕਹਿੰਦਾ ਤੁਸੀਂ ਕਰਵਾ ਕੇ ਦੇਖੋ, ਉਹਦੇ ਤੋਂ ਕਿਤੇ ਕਈ ਗੁਣਾ ਜ਼ਿਆਦਾ ਉਹ ਰੇਡੀਏਸ਼ਨ ਜਿਹੜੀ ਇਹਨਾਂ ਨੇ ਗਵਰਨਮੈਂਟ ਨੇ ਛੱਡ ਦਿੱਤੀ, ਔਰ ਛੱਡੀ ਇਨ ਦਾ ਸੈਂਸ ਕਿ ਇਹਨਾਂ ਨੇ ਆਪਣਾ ਟੈਕਨੋਲੋਜੀ ਨੂੰ ਇਹਨਾਂ ਨੇ ਟੈਸਟ ਕਰਨਾ ਸੀ। ਔਰ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਗਿਆ, ਲੋਕਾਂ ਨੂੰ ਕਿਉਂ ਨਹੀਂ ਨੋਟਿਸ ਦਿੱਤੇ ਗਏ ਘਰਾਂ ਦੇ ਵਿੱਚ ਕਿ ਭਾਈ ਅਸੀਂ ਟੈਸਟ ਕਰਨ ਲੱਗੇ, ਤੁਸੀਂ ਘਰਾਂ 'ਚ ਹੀ ਰਹਿਣਾ ਆ, ਬਾਹਰ ਨਹੀਂ ਨਿਕਲਣਾ। ਔਰ ਉੱਤੋਂ ਦੀ ਇਹ ਕਹਿ ਦਿੱਤਾ ਕਿ ਜੀ ਵਾਇਰਸ ਆ ਗਿਆ। ਇਹਦੀ ਡਿਊਰੇਸ਼ਨ ਕਿੰਨੀ ਸੀ ਟੈਸਟਿੰਗ ਦੀ ਵੈਸੇ? ਜੇ ਤੇ ਕੋਈ 1-2 ਘੰਟਿਆਂ ਲਈ ਹੋਵੇ ਤੇ ਕੋਈ ਇਸ ਤਰ੍ਹਾਂ ਦਾ ਐਮਰਜੈਂਸੀ ਸਟੈਪ ਲਿਆ ਜਾ ਸਕਦਾ। ਜੇ ਇਹਦੀ ਡਿਊਰੇਸ਼ਨ ਬਹੁਤ ਪ੍ਰੋਲੋਂਗ ਕੀਤੀ ਹੋਵੇ ਤੇ ਫਿਰ ਇਹਦੀ ਡਿਊਰੇਸ਼ਨ ਜੀ ਇਹਦੀ ਤਕਰੀਬਨ 10 ਤੋਂ 15 ਦਿਨ ਇਹਨਾਂ ਦੀ ਡਿਊਰੇਸ਼ਨ ਹੁੰਦੀ ਆ। ਅੱਛਾ, ਜਦੋਂ ਇਹ ਟੈਸਟਿੰਗ ਕਰਦੇ ਆ ਨਾ ਉਹ ਕੰਟੀਨਿਊਸਲੀ 24 ਆਵਰ ਮਤਲਬ ਉਹਨੂੰ ਜੀ 24 ਆਵਰ। ਉਹ ਫਿਰ ਮੁਸ਼ਕਿਲ ਸੀ ਨਾ ਜੀ ਔਰ ਇਹਨਾਂ ਲੋਕਾਂ ਨੇ ਕੀ ਕੀਤਾ, ਜਿਹੜੇ ਆਮ ਜਨਤਾ ਸੀਗੀ ਉਹਨਾਂ ਨੂੰ ਤਾਂ ਘਰਾਂ 'ਚ ਵਾੜ ਦਿੱਤਾ, ਜਿਹੜੇ ਟੈਸਟਿੰਗ ਕਰਨ ਵਾਲੇ ਸੀ ਉਹਨਾਂ ਨੂੰ ਖੰਭਿਆਂ ਤੇ ਚੜਾਤਾ ਟੈਸਟਿੰਗ ਲਈ। ਕਿ ਉਹ ਨਾ ਜੇ ਤੁਸੀਂ ਆਮ ਬੰਦੇ ਨੂੰ ਤੁਸੀਂ ਘਰ ਵਾੜਿਆ ਤੇ ਤੁਸੀਂ ਉਹਨਾਂ ਨੂੰ ਵੀ ਘਰ ਬਿਠਾਓ ਕਿ ਸੱਚੀ ਮੁੱਚੀ ਜੇ ਵਾਇਰਸ ਆ ਤੇ ਉਹ ਆਪਣਾ ਕੰਮ ਕਰਦੇ ਨੇ। ਹੁਣ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ ਕਿ ਉਹ ਕਿੱਥੋਂ ਆ ਗਏ ਇੰਨੇ ਸਾਰੇ ਟਾਵਰਸ? ਉਹ ਜਿਹੜੇ 5G ਦੇ ਟਾਵਰ ਆ ਉਹ ਕਦੋਂ ਲੱਗੇ ਆ? ਸਰਕਾਰਾਂ ਕਿਉਂ ਨਹੀਂ ਜਵਾਬ ਦਿੰਦੀਆਂ ਕਿ ਕਿਹੜੇ ਸੰਨ ਦੇ ਵਿੱਚ ਲੱਗੇ ਉਹ ਉਦੋਂ ਹੀ ਇਹਨਾਂ ਨੇ ਸਟਾਰਟ ਕੀਤਾ ਜਦੋਂ ਇਹ ਵਾਇਰਸ ਆਇਆ 2020 ਦੇ ਵਿੱਚ। ਔਰ 4 ਪ੍ਰੋਵਿੰਸਸ ਦੇ ਵਿੱਚ ਇਹਨਾਂ ਨੇ ਪਹਿਲਾਂ ਟੈਸਟਿੰਗ ਕੀਤੀ ਹੈ। ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ, ਓਨਟਾਰੀਓ, ਕਿਊਬੈਕ, BC, ਅਲਬਰਟਾ। ਉਸ ਤੋਂ ਇਲਾਵਾ ਮੈਨੂੰ ਦੱਸੋ ਕਿ ਕਿੱਥੋਂ ਆਵਾਜ਼ਾਂ ਆ ਰਹੀਆਂ ਸੀਗੀਆਂ ਕਿ ਲੋਕਾਂ ਦੀ ਡੈਥ ਹੋ ਗਈ। ਅੱਛਾ ਮੈਂ ਹਰਪ੍ਰੀਤ ਰਾਣਾ ਨੂੰ ਫਿਰ ਨਾਲ ਜੋੜਦਾ। ਪਿਛਲੇ ਪ੍ਰੋਗਰਾਮਾਂ 'ਚ ਉਹ ਆਏ ਵੀ ਤੇ ਆਪਾਂ ਉਹਨਾਂ ਕੋਲ ਖੁੱਲ੍ਹ ਕੇ ਚੀਜ਼ਾਂ ਨਹੀਂ ਲੈ ਕੇ ਆਪਾਂ ਉਹਨਾਂ ਨੂੰ ਵੀ ਬਰਾਬਰ ਦਾ ਟਾਈਮ ਦਈਏ। ਅੱਛਾ ਹਰਪ੍ਰੀਤ ਜੀ, ਮੈਂ ਜਿਹੜੀ ਗਿੱਲ ਸਾਹਿਬ ਨੇ ਪੁਆਇੰਟ ਉਠਾਇਆ, ਇਹਨਾਂ ਦਾ ਪੁਆਇੰਟ ਇਹ ਆ ਕਿ ਜਦੋਂ ਰੇਡੀਓ ਵੀ ਆਇਆ ਸੀਗਾ, ਯਾਨੀ ਕਿ ਜਦੋਂ ਰੇਡੀਓ ਫ੍ਰੀਕੁਐਂਸੀ ਜਦੋਂ ਉਹਨਾਂ ਇਜਾਦ ਕੀਤੀ 1918 ਦੀ ਗੱਲ ਕਰ ਰਿਹਾ, ਉਦੋਂ ਵੀ ਇਹ ਵਾਇਰਸ ਆਏ। ਫਿਰ G2, G4G ਜਦੋਂ ਵੀ ਟੈਕਨੋਲੋਜੀ ਆਈ। ਤੇ ਇਹਨਾਂ ਚੀਜ਼ਾਂ ਦੀ ਹੁਣ ਅਹਿਮੀਅਤ ਇਹ ਆ ਵੀ ਇਹਦੇ ਬਿਨਾਂ ਮਨੁੱਖ ਜਿੰਦਾ ਹੀ ਨਹੀਂ ਰਹਿ ਸਕਦਾ। ਆਪਾਂ ਸਾਰੇ ਜਾਣੇ ਮੋਬਾਈਲ ਆ, 2-2, 3-3 ਮੋਬਾਈਲ ਆਪਾਂ ਆਲੇ ਦੁਆਲੇ ਆ, ਘਰ ਆਉਂਦੇ ਆ ਤੇ ਉਹ ਕੰਪਿਊਟਰ ਸਾਡਾ ਖੜਾ ਨਹੀਂ ਛੱਡਦਾ। ਫਿਰ ਆਪਾਂ ਮਤਲਬ ਤੁਸੀਂ ਨੇਮ ਇਟ, ਛੋਟਾ ਬੱਚੇ ਤੋਂ ਲੈ ਕੇ ਉੱਪਰ ਤੱਕ। ਤੇ ਕੀ ਜੇ ਟੈਕਨੋਲੋਜੀ ਨੂੰ ਕਈ ਵਾਰ ਧਰਮ ਦੀ ਆੜ 'ਚ ਰੋਕਿਆ ਗਿਆ। ਮੈਂ ਕੋਈ ਇੱਕ ਐਕਸਪਰਟ ਪਾਕਿਸਤਾਨੀ ਨੇ, ਉਹਨਾਂ ਦਾ ਮੈਂ ਸੁਣ ਰਿਹਾ ਸੀਗਾ, ਉਹ ਕਹਿੰਦੇ ਜਦੋਂ ਟਾਈਪਿੰਗ ਮਸ਼ੀਨ ਆਈ ਨਾ, ਹਾਂਜੀ ਸਭ ਤੋਂ ਪਹਿਲਾਂ ਤੇ ਸੀਰੀਆ ਕਿਸੇ ਜ਼ਮਾਨੇ 'ਚ ਇਹਨਾਂ 'ਚ ਇਸਲਾਮ ਦਾ ਹੋਏਗਾ ਜ਼ੋਰ ਜ਼ਿਆਦਾ, ਉੱਥੇ ਇਹਦਾ ਬੜਾ ਵੱਡਾ ਵਿਰੋਧ ਹੋਇਆ। ਜਿਹੜੇ ਮੁੱਲਾ ਸੀ ਉਹਨਾਂ ਨੇ ਇਹਦੇ ਖਿਲਾਫ ਨਾ ਦੇ ਦਿੱਤੇ, ਫਤਵੇ ਦੇ ਦਿੱਤੇ ਕਿ ਇਹ ਐਂਟੀ ਜਿਹੜੀ ਆ ਇਸਲਾਮਿਕ ਡਿਵਾਈਸ ਆ ਤੇ ਇਹ ਨਹੀਂ ਹੋਣੀ ਚਾਹੀਦੀ। ਤੇ ਕਹਿੰਦਾ ਇੱਕ ਵਜ੍ਹਾ ਕਰਕੇ ਉਹਨਾਂ ਮੁੱਲਾਂ ਦੀ ਗਲਤੀ ਕਰਕੇ ਜਿਹੜਾ ਪੂਰੇ ਦਾ ਪੂਰਾ ਅਰਬ, ਜਿਹਨੂੰ ਅਸੀਂ ਅੱਜ ਕਹਿੰਦੇ ਆ ਵਰਲਡ, ਜਿਹੜਾ ਉਹ 250 ਤੋਂ 300 ਸਾਲ ਪਛੜ ਗਿਆ ਸੀਗਾ। ਤੇ ਕਿਉਂਕਿ ਇਹਨਾਂ ਚੀਜ਼ਾਂ ਤੋਂ ਬਗੈਰ ਸਾਡਾ ਹੁਣ ਗੁਜ਼ਾਰਾ ਨਹੀਂ ਆ। ਟੀਵੀ, ਜਹਾਜ਼ ਤੇ ਚੜ੍ਹਨਾ, ਟੈਲੀਫੋਨ, ਜੇ ਇਹ ਚੀਜ਼ਾਂ ਨੂੰ ਆਪਾਂ ਮਨਫੀ ਕਰ ਦਈਏ ਆਪਣੀ ਲਾਈਫ 'ਚੋਂ ਤੇ ਫਿਰ ਉਹ ਲਾਈਫ ਕਿੱਦਾਂ ਦੀ ਹੋਏਗੀ? ਇਹਦੇ ਬਾਰੇ ਕਿੱਦਾਂ, ਇਹਦਾ ਅਲਟਰਨੇਟਿਵ ਕੀ ਆ? ਹਾਂ, ਆਪਾਂ ਦਾ ਵਿਰੋਧ ਕਰੀਏ ਪਰ ਦਾ ਅਲਟਰਨੇਟਿਵ ਵੀ ਨਾਲ ਦੱਸੀਏ ਨਾ, ਵੀ ਜਾਂ ਤੇ ਮਨੁੱਖ ਫਿਰ ਉਹ ਜੰਗਲ ਵਾਲੀ ਇਹ 'ਚ ਵਾਪਸ ਚੱਲ ਜੇ, ਪੱਥਰ ਚੁੱਕ ਚੱਲ ਜੇ ਵੀ ਮੇਰਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ, ਠੀਕ ਹੈ, ਮਾਰਿਆ ਸ਼ਿਕਾਰ ਤੇ ਖਾ ਲਿਆ। ਤੇ ਜੇ ਅਸੀਂ ਇਹ ਸੁੱਖ ਸਹੂਲਤਾਂ ਵੀ ਲੈਣੀਆਂ ਨੇ, ਦੁਨੀਆ ਦੇ ਨਾਲ ਵੀ ਚੱਲਣਾ ਆ, ਤੇ ਫਿਰ ਆਪਾਂ ਕਿਸ ਤਰ੍ਹਾਂ ਵੇਖਾਂਗੇ ਨਾ, ਦੋਵਾਂ ਦਾ ਬੈਲੈਂਸ ਕਿੱਦਾਂ ਕਰਾਂਗੇ? ਜੀ ਮੇਰਾ ਪਰਸਨਲ ਇਹੀ ਬਿਲੀਫ ਆ ਕਿ ਵੀ ਨੀਡ ਟੂ ਫਾਈਂਡ ਦ ਬੈਸਟ ਆਫ ਬੋਥ ਵਰਲਡਸ। ਕੁਛ ਜਿਹੜੀ ਆਪਣੀ ਕਲੈਕਟਿਵ ਵਿਜ਼ਡਮ ਆ, ਜਿਹੜੀ ਸਾਡੇ ਬਜ਼ੁਰਗਾਂ ਦੀ ਵਿਜ਼ਡਮ ਆ, ਉਹਨੂੰ ਵੀ ਨਹੀਂ ਆਪਾਂ ਗਵਾਉਣਾ। ਆਪਾਂ ਗਾਰਡਨਿੰਗ ਨਹੀਂ ਛੱਡਣੀ, ਆਪਾਂ ਐਕਸਰਸਾਈਜ਼ ਕੰਮਕਾਰ ਕਰਨੇ ਨਹੀਂ ਛੱਡਣੇ, ਤੇ ਆਪਾਂ ਇਹਨਾਂ ਟੈਕਨੋਲੋਜੀ ਨੂੰ ਗਲਤ ਵੀ ਨਹੀਂ ਵਰਤੋਂ ਕਰਨੀ। ਹੁਣ ਮੈਂ ਐਗਜ਼ਾਮਪਲ ਦਵਾਂ US ਦੀ। ਨਹੀਂ, ਉਹ ਵਰਤੋਂ ਤਾਂ ਹੋਏਗੀ ਨਾ ਜੇ ਟੈਕਨੋਲੋਜੀ ਹੋਏਗੀ। ਟੈਕਨੋਲੋਜੀ ਤਾਂ ਹੋਏਗੀ ਜਿਹਦੀ ਟੈਸਟਿੰਗ ਹੋਏਗੀ, ਉਹਦੇ ਲਈ ਕੰਮ ਕੀਤਾ ਜਾਊਗਾ। ਉਹਦੇ ਪਿੱਛੇ ਹੁਣ ਜਿਹੜੀ ਚੀਜ਼ 5G ਆਇਆ ਅੱਜ, ਜਾਂ ਅੱਜ ਜਦੋਂ ਸਮਾਰਟਫੋਨ ਆਇਆ, ਬੜਾ ਕ੍ਰਿਸ਼ਮਾ ਸੀਗਾ ਵੀ ਇਦਾਂ ਵੀ। ਮੈਨੂੰ ਯਾਦ ਆ ਕਿ ਅਸੀਂ ਸੁਣਦੇ ਕਿ ਜਾਪਾਨ 'ਚ ਇੱਕ ਫੋਨ ਆ ਗਿਆ, ਉਹਦੇ ਨਾਲ ਬੰਦਾ ਗੱਲਾਂ ਕਰਦਾ ਵੀ ਦਿਖਦਾ ਨਾਲ। ਇਹ ਕਿੱਦਾਂ ਪੋਸੀਬਲ ਆ? ਆਪਾਂ ਸਮਝਦੇ ਸੀ ਕਿ ਨਹੀਂ, ਹੋ ਨਹੀਂ ਸਕਦਾ, ਕਿੱਦਾਂ ਹੋ ਸਕਦਾ ਆ? ਆਪਾਂ ਤਾਂ ਇਹੋ ਸਮਝਦੇ ਕੈਮਰੇ 'ਚ ਤਸਵੀਰ ਖਿੱਚੀ ਜਾਂਦੀ, ਫਿਰ ਡਿਵੈਲਪ ਹੁੰਦੀ, ਫਿਰ ਉਹ ਜਾਂਦੀ, ਜਾਂ ਈਵਨ ਜੋ ਲਾਈਵ ਵੀ ਜਾਂਦਾ ਆ ਤੇ ਉਹਦੇ ਸਾਹਮਣੇ ਇੱਕ ਕੈਮਰਾ ਆ, ਇੱਕ ਟੈਕਨੀਸ਼ੀਅਨ ਬੈਠਾ, ਇੱਕ ਬੰਦਾ ਕੰਮ ਕਰ ਰਿਹਾ, ਆਪਣੇ ਫੋਨ ਤੋਂ ਆਪੇ ਹੀ ਗੱਲ ਕਰ ਰਹੇ ਤੇ ਆਪੇ ਫੋਟੋ ਜਾਊਗੀ। ਇਹ ਯਕੀਨ ਨਹੀਂ ਸੀ ਆਉਂਦਾ। ਪਰ ਜੇ ਅਸੀਂ ਇਹਨਾਂ ਚੀਜ਼ਾਂ ਦਾ ਸੁੱਖ ਮੰਨਣਾ ਆ ਤੇ ਫਿਰ ਕਿਤੇ ਨਾ ਕਿਤੇ ਟੈਕਨੋਲੋਜੀ ਦੇ ਨਾਲ ਚੱਲਣ ਲਈ ਸਾਡੀ ਮਜਬੂਰੀ ਨਹੀਂ ਹੈ?
ਦੇਖੋ ਜੀ, ਇਹ ਜਿਹੜੀ ਟੈਕਨੋਲੋਜੀ ਹੈ, ਜਿਉਂ-ਜਿਉਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ ਨਾ, ਦੇਖਣ ਵਿੱਚ ਇਹ ਆ ਰਿਹਾ ਕਿ ਉਨਾ ਹੀ ਮਨੁੱਖ ਸਿੱਖ ਹੁੰਦਾ ਜਾ ਰਿਹਾ। ਜੰਮਦੇ ਬੱਚੇ ਤੋਂ ਦੇਖ ਲਓ ਜੀ, ਫੋਨਾਂ ਤੇ ਲੱਗਦੇ ਆ, ਟੈਬਲੇਟ ਤੇ ਬਹਿ ਜਾਂਦੇ, ਮੋٹے-ਮੋٹے ਸ਼ੀਸ਼ੇ ਲੱਗੇ ਆ, ਢਿੱਡ ਉਹਨਾਂ ਦੇ ਬਾਹਰ ਆਉਣ ਲੱਗੇ ਆ, ਐਕਸਰਸਾਈਜ਼ਾਂ ਤਾਂ ਖੇਡਣੋਂ ਗਏ ਉਹ, ਤੇ ਇੰਨੇ ਕੁ ਐਡਿਕਸ਼ਨ ਆ। ਇਟਸ ਐਡਿਕਸ਼ਨ, ਜਿੱਦਾਂ ਆਪਾਂ ਕਹਿੰਦੇ ਨਾ ਡਰੱਗ ਐਡਿਕਸ਼ਨ ਆ, ਇਹ ਫੋਨ ਵੀ ਇੱਕ ਐਡਿਕਸ਼ਨ ਆ। ਤੇ ਤੁਸੀਂ ਘਰਾਂ ਦੇ ਵਿੱਚ ਬਹਿ ਕੇ ਆਪਾਂ ਜੇ ਸਾਰਾ ਦਿਨ ਟੀਵੀ ਦੇਖੀ ਜਾਵਾਂਗੇ ਤੇ ਆਪਣਾ ਵੀਡੀਓ ਗੇਮਸ ਖੇਡੀ ਜਾਵਾਂਗੇ ਤੇ ਕਿਵੇਂ ਆਪਣੀ ਹੈਲਥ ਬਣੂਗੀ? ਤੇ ਆਪਾਂ ਦੇਖੋ, ਨਹੀਂ, ਇੱਕ ਐਸਪੈਕਟ ਆ, ਇਹ ਸਾਰੇ ਲੋਕ ਕਹਿੰਦੇ ਆ ਜੀ ਜੀ ਜੀ, ਪਰ ਮੇਰਾ ਸਵਾਲ ਸਿਰਫ ਇਹ ਸੀਗਾ ਕਿ ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਟੋਟਲੀ ਮੰਨਫੀ ਕਰ ਦਿੰਨੇ ਆ, ਦੇਖੋ ਜੇ ਦੋ ਚੀਜ਼ਾਂ ਨੇ, ਇੱਕ ਤਾਂ ਹੈਗਾ ਦੀ ਲਿਮਟਿਡ ਯੂਜ਼ ਤੇ ਜਿਹੜਾ ਯੂਜ਼ ਆ ਉਹ ਚੰਗੇ ਕੰਮ ਲਈ ਹੋਵੇ, ਮਤਲਬ ਦੀ ਦੁਰਵਰਤੋਂ ਨਾ ਹੋਵੇ, ਤੁਸੀਂ ਇਹ ਕਹਿ ਰਹੇ ਹੋ। ਪਰ ਜੇ ਚੀਜ਼ ਅਵੇਲੇਬਲ ਹੀ ਨਹੀਂ ਹੋਏਗੀ, ਇਹਦੇ ਉੱਤੇ ਸਾਇੰਟੀਫਿਕ ਰਿਸਰਚ ਹੀ ਨਹੀਂ ਹੋਏਗੀ, ਤੇ ਫਿਰ ਆਪਾਂ ਘੱਟ ਵਰਤੋਂ ਤੇ ਵੱਧ ਵਰਤੋਂ ਦਾ ਸਵਾਲ ਹੀ ਨਹੀਂ ਨਾ। ਮੇਰਾ ਸਵਾਲ ਸਿਰਫ ਇਹ ਸੀਗਾ ਕਿ ਕੀ ਅਸੀਂ ਮੁੜ ਪੱਥਰ ਯੁੱਗ 'ਚ ਨਹੀਂ ਚਲ ਜਾਵਾਂਗੇ? ਤੁਸੀਂ ਗਿੱਲ ਸਾਹਿਬ ਜਵਾਬ ਦੇਣਾ ਚਾਹੋ ਤਾਂ। ਹਾਂਜੀ, ਮੈਂ ਉਹ ਵੇਟ ਹੀ ਕਰ ਰਿਹਾ ਸੀਗਾ ਕਿ ਮੈਂ ਕਿਹਾ ਪਹਿਲਾਂ ਡਾਕਟਰ ਸਾਹਿਬ ਆਪਣਾ ਜਵਾਬ। ਨਹੀਂ, ਡਾਕਟਰ ਸਾਹਿਬ ਦਾ ਬੜਾ ਸੋਹਣੀ ਗੱਲ ਕੀਤੀ ਉਹਨਾਂ ਡਾਕਟਰ ਸਾਹਿਬ ਨੇ। ਨਹੀਂ ਡਾਕਟਰ ਸਾਹਿਬ, ਥੈਂਕ ਯੂ ਤੁਹਾਡਾ। ਦੇਖੋ, ਹਰੇਕ ਚੀਜ਼ ਦੇ ਨਾ ਦੋ ਪਹਿਲੂ ਹੁੰਦੇ ਆ। ਜਾਂ ਤਾਂ ਜਿਹੜੇ ਵੀ ਕੋਈ ਕੰਮ ਕਰਦੇ ਆ ਨਾ, ਜੇ ਸਰਕਾਰਾਂ ਸਾਡੇ ਹਿੱਤ ਦੀਆਂ ਹੋਣ, ਮੈਂ ਇਹ ਕਹੂੰਗਾ ਕਿ ਹਿੱਤ ਦੀਆਂ ਹੋਣ, ਕਿ ਤੁਸੀਂ ਸਿਰਫ ਜਿਹੜੇ ਪੂੰਜੀਪਤੀ ਲੋਕ ਆ ਉਹਨਾਂ ਦੇ ਨਾਲ ਤੁਸੀਂ ਸਲਾਹ ਮਸ਼ਵਰਾ ਕਰਕੇ ਲੋਕਾਂ ਨੂੰ ਪਤਾ ਹੀ ਨਾ ਲੱਗੇ ਕੀ ਹੋ ਰਿਹਾ ਬਿਹਾਈਂਡ ਦਾ ਵਾਲ, ਤੇ ਤੁਸੀਂ ਆਪ ਹੀ ਸਾਰਾ ਕੁਝ ਕਰੀ ਜਾਓ, ਤੇ ਬਾਅਦ ਵਿੱਚ ਤੁਸੀਂ ਇੱਕ ਟੈਕਨੋਲੋਜੀ ਜਿਹਦੇ ਬਾਰੇ ਲੋਕਾਂ ਨੂੰ ਨੌਲੇਜ ਹੀ ਨਹੀਂ ਕਿ ਤੁਸੀਂ ਇੱਕ ਕੋਈ ਚੀਜ਼ ਨੂੰ ਤੁਸੀਂ ਟੈਸਟ ਕਰ ਰਹੇ ਹੋ ਔਰ ਲੋਕਾਂ ਨੂੰ ਤੁਸੀਂ ਗੁੰਮਰਾਹ ਕਰ ਰਹੇ ਹੋ ਕਿ ਇੱਕ ਵਾਇਰਸ ਆ ਗਿਆ, ਉਹਦੇ ਤੇ ਸਵਾਲ ਹੈ ਸਾਡੇ ਕਿ ਤੁਸੀਂ ਟੈਕਨੋਲੋਜੀ ਨੋ ਡਾਊਟ ਤੁਸੀਂ ਟੈਸਟ ਕਰੋ, ਪਰ ਐਟਲੀਸਟ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਅਸੀਂ ਜਿਹੜੀ ਇਹ ਟੈਕਨੋਲੋਜੀ ਨੂੰ ਟੈਸਟ ਲੱਗੇ ਆ ਕਰਨ, ਔਰ ਇਹਦੇ 15 ਦਿਨ ਜਿਹੜੇ ਭਿਆਨਕ ਛਿੱਟੇ ਨਿਕਲ ਸਕਦੇ ਆ, ਕਿਉਂਕਿ ਜਦੋਂ ਟੈਸਟਿੰਗ ਕਰਦੇ ਉਹਦੀ ਫ੍ਰੀਕੁਐਂਸੀ ਜਿਹੜੀ ਉਹ ਬਹੁਤ ਜ਼ਿਆਦਾ ਹਾਈ ਲੈਵਲ ਤੇ ਚੱਲਦੀ ਹੈ। ਹਾਂ ਬਿਲਕੁਲ, ਜਿਨ੍ਹਾਂ ਨੇ ਇਹਦੀ ਇਜਾਦ ਕੀਤੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਏਗਾ ਵੀ ਇਹਦੇ ਨਾਲ, ਕਿਉਂਕਿ ਜਿਹੜਾ ਸਾਰਸ ਆ ਉਹ ਅੱਜ ਸਾਰਸ ਹੈ ਨਹੀਂਗਾ, 4G ਤੇ ਚੱਲ ਰਿਹਾ। 2009 ਤੋਂ ਲੈ ਕੇ ਹੁਣ ਤੱਕ 4G ਤੇ ਚੱਲ ਰਿਹਾ। ਜਾਂ ਇਹ ਕਹ ਲਓ ਕਿ ਇਨਫਲੂਐਂਜ਼ਾ ਜਿਹੜਾ ਹੁਣ ਇਨਫਲੂਐਂਜ਼ਾ ਨਹੀਂ ਹੈਗਾ ਹੁਣ। ਮਾਈ ਕੁਐਸਚਨ ਇਜ਼ ਕਿ ਤੁਸੀਂ ਟੈਸਟ ਕਰੋ, ਜੀ ਸਦਕੇ ਕਰੋ, ਪਰ ਲੋਕਾਂ ਨੂੰ ਪਤਾ ਤਾਂ ਹੋਣਾ ਚਾਹੀਦਾ ਕਿ ਇੰਨੇ ਤੋਂ। ਗਿੱਲ ਸਾਹਿਬ, ਇੱਕ ਬੜਾ ਜ਼ਰੂਰੀ ਸਵਾਲ ਮੇਰੇ ਦਿਮਾਗ 'ਚ ਆਇਆ, ਤੁਸੀਂ ਪੁਆਇੰਟ ਬਹੁਤ ਸੋਹਣਾ ਉਠਾਇਆ। ਤੁਸੀਂ ਇਹ ਕਹਿ ਰਹੇ ਹੋ ਕਿ ਵਰਲਡ ਕਾਰਪੋਰੇਟ ਨਾਲ ਮਿਲ ਕੇ, ਵੱਡੇ ਵਪਾਰੀਆਂ ਨਾਲ ਮਿਲ ਕੇ ਸਰਕਾਰ ਦੀ ਇੱਕ ਗੇਮ ਆ, ਇਹੀ ਸੌਖੇ ਸ਼ਬਦਾਂ 'ਚ ਇਹੀ ਗੱਲ ਹੈ ਨਾ। ਪਰ ਬੜੀ ਹੈਰਾਨੀ ਦੀ ਗੱਲ ਆ, ਇਸ ਗੇਮ ਨੂੰ ਐਕਸਪੋਜ਼ ਕਰਦੇ ਹੁੰਦੇ ਸੀਗੇ ਲੈਫਟ ਵਾਲੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਲੋਕਾਂ ਨਾਲ ਖੜੇ ਆ, ਤੇ ਇਸ ਵਾਰ ਉਲਟਾ ਹੋ ਰਿਹਾ। ਜਿਹੜੇ ਲੋਕ ਉਸ ਵਿਚਾਰਧਾਰਾ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਲੈਫਟ 'ਚ, ਤੇ ਜਿਹੜੇ ਹਮੇਸ਼ਾ ਕਾਰਪੋਰੇਟ ਦੇ ਨਾਲ ਚੱਲਦੇ ਆ, ਜਿਨ੍ਹਾਂ ਨੂੰ ਅਸੀਂ ਕੰਜ਼ਰਵੇਟਿਵ ਕਹਿੰਦੇ ਆ, ਟੋਰੀ ਪਾਰਟੀਆਂ ਕਹਿੰਦੇ ਆ, ਵਾਈਟ ਹੈਡ ਕਹਿੰਦੇ ਆ, ਐਕਸਟ੍ਰੀਮ ਰਾਈਟ ਕਹਿੰਦੇ ਆ, ਜਾਂ ਇਸ ਤਰ੍ਹਾਂ ਦੇ ਨਾਂ, ਬਹੁਤ ਸਾਰੇ ਨਾਂ ਆਪਾਂ ਦਿੰਦੇ ਆ, ਉਹ ਲੋਕ ਇਹਦਾ ਵਿਰੋਧ ਕਰ ਰਹੇ ਆ ਜਿਹੜੇ ਹਮੇਸ਼ਾ ਕਾਰਪੋਰੇਟ ਦੇ ਨਾਲ ਖੜੇ। ਇਹ ਜਿਹੜਾ ਵਰਤਾਰਾ ਚੇਂਜ ਹੋਇਆ, ਇਹਨੂੰ ਤੁਸੀਂ ਕਿੱਦਾਂ ਵੇਖਦੇ? ਇਹ ਕਿਉਂ ਹੋਇਆ? ਪਹਿਲੀ ਗੱਲ ਤੇ ਇਹ ਦੱਸੋ ਮੈਨੂੰ। ਕਿਉਂਕਿ ਹਮੇਸ਼ਾ ਲੈਫਟ ਵਾਲੀਆਂ ਤਰ੍ਹਾਂ ਕਹਿੰਦੀਆਂ ਨੇ ਕਿ ਇਹ ਬੜਾ ਲੋਟੂ ਸਮਾਜ ਹੈ ਜੀ, ਸਰਕਾਰਾਂ ਕਾਰਪੋਰੇਟ ਨਾਲ ਮਿਲ ਗਈਆਂ, ਇਹ ਲੋਕਾਂ ਦਾ ਘਾਣ ਕਰਦੀਆਂ, ਲਹੂ ਪੀਂਦੀਆਂ, ਖਾਂਦੀਆਂ। ਅਸੀਂ ਬਚਪਨ ਤੋਂ ਸੁਣਦੇ ਆਏ ਆ, ਇਹ ਸਲੋਗਨ ਲੈਫਟ ਦਾ ਸੀਗਾ। ਇਹ ਕੰਜ਼ਰਵੇਟਿਵ ਦੇ ਕੋਲ ਕਿੱਦਾਂ ਗਿਆ ਹੈ? ਮੈਂ ਦੱਸਦਾ, ਅਸਲ 'ਚ ਜਿਹੜਾ ਬਿਜ਼ਨਸਮੈਨ ਹੈ ਨਾ, ਉਹ ਮੌਕੇ ਤੇ ਚੌਕਾ ਮਾਰਦਾ। ਅੱਜ ਜੇ ਤੁਸੀਂ ਦੇਖੋ ਕਿ ਸਰਕਾਰ ਕਿਹਦੀ ਆ, ਲਿਬਰਲ ਦੀ। ਨਹੀਂ, ਤੁਸੀਂ ਇਕੱਲੇ ਕੈਨੇਡਾ ਦੇ ਸੰਦਰਭ 'ਚ ਨਾ ਕਰੀਏ, ਵਰਲਡ ਵਾਈਡ ਫਨੋਮਨਾ ਹੈ, ਵਰਲਡ ਵਾਈਡ ਫਨੋਮਨਾ। ਸਾਰੀ ਥਾਂ ਤੇ ਲਿਬਰਲ ਨਹੀਂ ਨਾ, ਜਿੱਥੇ ਲੈਫਟ ਵੀ ਬੈਠੇ ਆ, ਜਿੱਥੇ ਚਾਈਨਾ ਵਰਗੇ ਭਾਵੇਂ ਹੈਗੇ ਭਾਵੇਂ ਨਹੀਂ, ਪਰ ਉਹ ਕਹਿੰਦੇ ਤੇ ਆ ਨਾ ਹੀ ਕਮਿਊਨਿਸਟ ਆ। ਅਸਲ 'ਚ ਉੱਥੇ ਵੀ ਤੇ ਗੱਲ ਹੋਈ ਨਾ, ਇਹ ਅਮਰੀਕਾ ਵਰਗੇ ਮੁਲਕ ਜਿਹੜੇ ਆ, ਇੱਥੇ 20 ਫੈਮਲੀਆਂ ਆ ਜਿਹੜੀਆਂ ਬਹੁਤ ਹੀ ਰਿਚ ਆ, ਜਿਨ੍ਹਾਂ ਵਿੱਚੋਂ ਚੰਦ ਜਿਹੜੀਆਂ ਫੈਮਲੀਆਂ ਦੇ ਮੈਂ ਨਾਲ ਲਾਉਂਗਾ। ਇੱਕ ਰੋਥਚਾਈਲਡ ਹੈਗੀ ਆ, ਇੱਕ ਰੋਕੋਫੈਲਰ ਆ, ਬਿਲ ਗੇਟ, ਵਾਲਮਾਰਟ, ਐਮਾਜ਼ੋਨ, ਟੈਸਲਾ, YouTube, ਓਕੇ, ਫੇਸਬੁੱਕ ਜਿਹੜੀ ਆ, ਫਿਰ WhatsApp ਨਾਲ ਹੀ ਆ ਗਿਆ ਜੀ। ਫਿਰ ਗਿੱਲ ਸਾਹਿਬ ਨਾਲ ਨੋਟ ਕਰਿਓ, ਇਹ ਸਾਰੀਆਂ ਜਿਹੜੀਆਂ ਤੁਸੀਂ ਨਾਲ ਲਏ ਆ, ਇਹ ਟੈਕਨੋਲੋਜੀ ਬੇਸਡ ਲੋਕ ਨੇ, ਟੈਕਨੋਲੋਜੀ ਕਰਕੇ ਇੱਥੇ ਪਹੁੰਚੇ ਆ। ਹਾਂ, ਉਹ ਵੱਖਰੀ ਗੱਲ ਹੈ ਵੀ ਉਹਨਾਂ ਨੇ। ਮੈਂ ਤੁਹਾਨੂੰ ਥੋੜਾ ਦੱਸਣਾ ਚਾਹੁੰਦਾ ਕਿ ਚੱਕਰ ਕੀ ਆ। ਔਰ ਇਹਨਾਂ ਦੇ ਨਾਲ
ਫੋਰਚੂਨ 500 ਜਿਹੜੀ ਇੱਕ ਬੜੀ ਵੱਡੀ ਕੰਪਨੀ ਆ ਕਿ ਉਹਦਾ ਬਹੁਤ ਵੱਡਾ ਨਾਂ ਆ ਅਮਰੀਕਾ 'ਚ। ਤੁਸੀਂ ਦੇਖੋ ਕਿ ਜਿੰਨੇ ਵੀ ਮੁਲਕ ਆ ਉੱਥੇ ਤਾਂ ਹਫੜਾ ਤਫੜੀ ਪੈ ਗਈ, ਔਰ ਅਮਰੀਕਾ ਦੇ ਸ਼ੇਅਰ ਕਿੱਥੇ ਚਲੇ ਗਏ ਕੋਵਿਡ ਦੇ ਦੌਰਾਨ। ਇੱਥੇ ਅਮਰੀਕਾ ਇੱਥੇ ਸੀਗਾ ਬਿਫੋਰ ਕੋਵਿਡ, ਇੱਥੇ ਚਲਾ ਗਿਆ। ਹਾਓ ਨਹੀਂ, ਅਮਰੀਕਾ ਦੀ ਇਕਨੋਮੀ ਉੱਪਰ ਗਈ ਜਾਂ ਅਮਰੀਕਾ ਦੀਆਂ ਕਾਰਪੋਰੇਟ ਕੰਪਨੀਆਂ ਉੱਪਰ ਗਈ? ਇਕਨੋਮੀ ਦੇ ਨਹੀਂ, ਕਾਰਪੋਰੇਟ ਕੰਪਨੀਆਂ ਜਿਹੜੀਆਂ ਉਹ ਅਮਰੀਕਾ 'ਚ ਹੀ ਹੈ ਨਾ, ਤੇ ਅਮਰੀਕਾ ਆਫ ਕੋਰਸ ਉੱਪਰ ਜਾਊਗਾ। ਔਰ ਜਿਹੜੀਆਂ ਸਰਕਾਰਾਂ ਆ ਉਹ ਇਹਨਾਂ ਦੇ ਨਾਲ ਰਲ ਕੇ ਕੰਮ ਕਰਦੀਆਂ ਆ। ਅੱਛਾ, ਇੱਕ ਚੀਜ਼ ਮੈਂ ਹੋਰ ਨਹੀਂ, ਪਰ ਜਿਹੜੇ ਯੂਰੋ ਵਾਲੇ ਕੰਟਰੀ ਨੇ ਜਿੱਥੇ ਡਾਲਰਾਂ ਨਾਲ ਵਪਾਰ ਨਹੀਂ ਹੁੰਦਾ, ਮੈਂ ਇੱਕ ਮਿੰਟ, ਮੈਂ ਤੁਹਾਨੂੰ ਇੱਕ ਹੋਰ ਥੋੜਾ ਜਿਹਾ ਦੱਸਣਾ ਚਾਹੁੰਦਾ। ਚਾਈਨਾ ਨੂੰ ਕਿੰਨਾ ਬਦਨਾਮ ਕੀਤਾ ਗਿਆ ਜੀ। ਚਾਈਨਾ ਨੇ ਬੈਟ ਤੋਂ ਪਹਿਲਾਂ ਜੀ ਜਿਹੜੇ ਚਮਗਾਦੜਾਂ ਤੋਂ ਵਾਇਰਸ ਆਇਆ, ਉਸ ਤੋਂ ਬਾਅਦ ਫਿਰ ਕਹਿਤਾ ਜੀ ਨਹੀਂ ਜੀ ਇਹਨਾਂ ਨੇ ਵੁਹਾਨ ਸਿਟੀ ਦੇ ਵਿੱਚ ਉੱਥੇ ਲੈਬ ਦੇ ਵਿੱਚ ਤਿਆਰ ਕੀਤਾ, ਉੱਥੇ ਲੀਕ ਹੋਇਆ ਜਾਂ ਲੀਕ ਕੀਤਾ ਗਿਆ। ਹਾਂਜੀ, ਓਕੇ। ਫਿਰ ਅਮਰੀਕਾ ਦੇ ਇੱਥੇ ਤੱਕ ਬਿਆਨ ਆ ਗਏ ਕਿ ਇਹਨੂੰ ਕੋਈ ਮੂੰਹ ਨਾ ਲਾਓ, ਇਸ ਕੰਟਰੀ ਨੂੰ ਕੋਈ ਨਾ ਮੂੰਹ ਲਾਓ ਸਾਰੇ ਹੀ। ਔਰ ਤੁਸੀਂ ਯਕੀਨ ਕਰੋਗੇ ਜਿੱਥੇ ਜਿੱਥੇ ਚਾਈਨੀਜ਼ ਵਸਦੇ ਸੀ ਨਾ, ਜਿਹੜੀ ਕੰਟਰੀ ਦੇ ਵਿੱਚ, ਯੂਰਪ ਦੇ ਵਿੱਚ, ਉੱਥੇ ਉਹਨਾਂ ਨੂੰ ਕੁੱਟਣ ਦੀਆਂ ਕਿੰਨੀਆਂ ਖਬਰਾਂ ਆਈਆਂ ਕਿ ਉਹਨਾਂ ਨੂੰ ਕਿੰਨਾ ਲੋਕਾਂ ਨੇ ਕਿਹਾ ਕਿ ਤੁਹਾਡੇ ਦੇਸ਼ ਕਰਕੇ ਸਾਡਾ ਇੰਨਾ ਨੁਕਸਾਨ ਹੋਇਆ। ਠੀਕ ਹੈ। ਔਰ ਉਹੀ ਅਮਰੀਕਾ ਚਾਈਨਾ ਦਾ ਪ੍ਰੋਡਕਟ ਵੇਚ ਕੇ ਅਮੀਰ ਹੋ ਗਿਆ। ਐਮਾਜ਼ੋਨ, ਠੀਕ ਹੈ, ਹੋਰ ਕਿੰਨੀਆਂ ਵੱਡੀਆਂ ਆਨਲਾਈਨ ਜਿਹੜੀਆਂ ਕੰਪਨੀਆਂ ਆ ਅਮਰੀਕਾ ਦੀਆਂ, ਜਿਹੜਾ ਪ੍ਰੋਡਕਟਸ ਕਿਹਦੇ ਵਿੱਚ? ਚਾਈਨੀਜ਼। ਭਾਈ ਜੇ ਤੁਹਾਨੂੰ ਇੰਨੀ ਪ੍ਰੋਬਲਮ ਆ, ਔਰ ਵਾਲਮਾਰਟ ਵੇਚ ਰਿਹਾ, ਕੋਸਕੋ ਵੇਚ ਰਿਹਾ, ਡਿਊਰਿੰਗ ਦੀ COVID-19 ਜਦੋਂ ਦਾ ਵਰਤਾਰਾ ਹੋਇਆ ਉਦੋਂ ਦਾ ਹੀ ਵੇਚ ਰਿਹਾ। ਅਮਰੀਕਾ ਨੇ ਕਿਉਂ ਨਹੀਂ ਰੋਕਿਆ? ਪਰ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਤੁਸੀਂ। ਹਾਂਜੀ, ਮੇਰਾ ਸਵਾਲ ਇਹ ਸੀ ਵੀ ਇਹ ਮੁੱਦਾ ਹੁੰਦਾ ਸੀਗਾ ਲੈਫਟ ਦਾ ਜੀ, ਇਹ ਕੰਜ਼ਰਵੇਟਿਵ ਦੇ ਹੱਥ ਕਿਉਂ ਆਇਆ? ਐਰ ਕੀ ਕੰਜ਼ਰਵੇਟਿਵ ਕਿਉਂ ਵਿਰੋਧ ਕਰ ਰਹੇ? ਲੈਫਟ ਕਿੱਥੇ ਆ? ਨਹੀਂ, ਮੈਂ ਤੁਹਾਨੂੰ ਉਹੀ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਨੇ ਕਿ ਅਸੀਂ ਲੋਕ ਮੁੱਦੇ ਲੈ ਕੇ ਚੱਲਦੇ ਆ, ਲੋਕਾਂ ਲਈ ਕਰਦੇ, ਲੋਕਾਂ ਦਾ ਮੁੱਦਾ ਹੈ ਨਾ ਬੇਸਿਕਲੀ, ਕਿ ਲੋਕ ਮਰ ਰਹੇ ਨੇ, ਲੋਕਾਂ ਦਾ ਨੁਕਸਾਨ ਹੋ ਰਿਹਾ, ਮਲਟੀ ਨੈਸ਼ਨਲ ਕੰਪਨੀਆਂ ਲਾਹ ਕੱਟ ਰਹੀਆਂ, ਛੋਟੇ ਬਿਜ਼ਨਸ ਖਰਾਬ ਹੋ ਰਹੇ ਆ, ਜੌਬ ਜਾ ਰਹੀਆਂ ਨੇ, ਬੜਾ ਕੁਝ ਹੋ ਰਿਹਾ। ਪਰ ਕਾਰਨ ਕੀ ਬਣਿਆ ਕਿ ਲੈਫਟ ਗਵਾਚ ਗਿਆ ਇਸ ਰੌਲੇ 'ਚ ਤੇ ਕੰਜ਼ਰਵੇਟਿਵ ਕੋ ਆ ਗਿਆ ਮੁੱਦਾ? ਤੁਹਾਨੂੰ ਦੱਸਿਆ ਤਾਂ ਹੈ ਕੰਜ਼ਰਵੇਟਿਵ ਹੁਣ ਪਾਵਰ 'ਚ ਨਹੀਂ ਹੈਗੀ। ਇਹ ਵੀ ਤਾਂ ਦੇਖੋ ਨਾ, ਪਾਵਰ 'ਚ ਕੌਣ ਆ ਇਸ ਵੇਲੇ? ਕੈਨੇਡਾ ਦੇ ਵਿੱਚ ਪਾਵਰ 'ਚ ਨਹੀਂ, ਕੱਲਾ ਕੈਨੇਡਾ ਦਾ ਮੁੱਦਾ ਨਹੀਂ ਸਰ, ਮੈਂ ਫਿਰ ਇਹਨੂੰ ਜੋੜੂੰਗਾ, ਇਹ ਵਰਲਡ ਵਾਈਡ ਮੁੱਦਾ ਹੈ। ਕੈਨੇਡਾ ਦੇ ਸੰਦਰਭ 'ਚ ਗੱਲ ਨਾ ਕਰੀਏ, ਜੇ ਕੱਲੇ ਇੰਡੀਆ ਦੀ ਗੱਲ ਕਰੀ ਜਾਈਏ ਤੇ ਉੱਥੇ ਬਹੁਤ ਕੁਝ ਹੋਇਆ ਜਿੱਦਾਂ ਵੇਖਿਆ ਲੁਕਾਇਆ ਗਿਆ। ਹੁਣ ਤੁਸੀਂ ਦੇਖ ਲਓ ਕਿ ਬੀਜੇਪੀ ਪਾਵਰ 'ਚ ਹੈ ਤੇ ਬੀਜੇਪੀ ਨੇ ਦੇਖੋ ਕਿ ਕਿੰਨਾ ਸਤਿਆਨਾਸ਼ ਕੀਤਾ ਲੋਕਾਂ ਦਾ। ਉਹ ਤਾਂ ਕੰਜ਼ਰਵੇਟਿਵ ਪਾਰਟੀ ਆ ਬੀਜੇਪੀ, ਟੋਟਲੀ ਕੰਜ਼ਰਵੇਟਿਵ ਪਾਰਟੀ ਆ। ਇੰਗਲੈਂਡ 'ਚੋਂ ਨੇ, ਇਟਲੀ 'ਚੋਂ ਨੇ। ਨਹੀਂ, ਮੈਂ ਤੁਹਾਨੂੰ ਉਹੀ ਕਹਿੰਦਾ ਜਿੱਥੇ ਪਾਵਰ 'ਚ ਆ, ਹਾਂ ਪਾਵਰ 'ਚ ਨੇ ਨਾ ਉਹ। ਨਹੀਂ, ਮੈਂ ਉਹੀ ਕਹਿੰਦਾ ਕਿ ਜਿੱਥੇ ਜਿਹੜੀ ਡਜ਼ਨਟ ਮੈਟਰ ਕੰਜ਼ਰਵੇਟਿਵ ਹੈ, ਡਜ਼ਨਟ ਮੈਟਰ ਲਿਬਰਲ ਆ, ਆਲ ਓਵਰ ਦਾ ਵਰਲਡ, ਜਿਹੜੀ ਪਾਰਟੀ ਇਸ ਵੇਲੇ ਗਵਰਨਮੈਂਟ ਪਾਵਰ 'ਚ, ਉਹ ਮੈਂ ਤਾਂ ਇਹ ਕਹੂੰਗਾ ਕਿ ਜੀ ਵਿਕ ਗਏ ਕਹਿ ਲਓ, ਜਾਂ ਇਹ ਕਹਿ ਲਓ ਕਿ ਰਲ ਗਏ ਉਹਨਾਂ ਨਾਲ। ਤੇ ਉਹ ਰਲਿਆ ਕਰਕੇ ਹੁਣ ਤੁਸੀਂ ਦੇਖੋ, ਤੁਸੀਂ ਹੁਣੇ ਆਪਾਂ ਗੱਲ ਕਰ ਰਹੇ ਕਿ ਜੋ ਬਾਈਡਨ ਸਾਹਿਬ ਨੇ ਕਿਹਾ ਜੀ, ਪਹਿਲੀ ਗੱਲ ਤਾਂ ਜੋ ਬਾਈਡਨ ਸਾਹਿਬ ਆਪਣੇ ਕੰਟਰੀ ਨੂੰ ਸਾਂਭਣ, ਉਹਨਾਂ ਨੇ ਕੈਨੇਡਾ ਦੇ ਉੱਤੇ ਔਰ ਡਿਕਟੇਟ ਕਰਨ ਦਾ ਕੀ ਮਤਲਬ ਹੈ ਕਿ ਤੁਸੀਂ ਇੱਕ ਪ੍ਰਧਾਨ ਮੰਤਰੀ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਬੱਚਾ, ਠੀਕ ਹੈ, ਇਹ ਗੱਲ ਤਾਂ ਬਿਲਕੁਲ ਸਹੀ ਹੈ, ਉਹ ਇੱਕ ਬੱਚਾ, ਇਟ ਮੀਨਸ ਸਮਥਿੰਗ ਫਿਸ਼ੀ ਕਿ ਸਾਰਾ ਕੁਝ ਜਿਹੜਾ ਆ ਉਹ ਡਿਕਟੇਟ ਹੋ ਰਿਹਾ ਯੂਐਸ। ਅੱਛਾ, ਆਪਾਂ ਇੱਕ ਬ੍ਰੇਕ ਲੈਣੀ ਆ, ਪਰ ਮੈਂ ਇੱਕ ਸਵਾਲ ਤੁਹਾਨੂੰ ਬ੍ਰੇਕ ਤੋਂ ਪਹਿਲਾਂ ਉਹਦਾ ਪੁੱਛ ਲੈਣਾ। ਜਿਹੜਾ ਲਿਬਰਲ ਪਾਰਟੀਆਂ ਜਿਹੜੀਆਂ ਆਪਣੇ ਨੂੰ ਕਹਿੰਦੀਆਂ, ਜਿੱਦਾਂ ਅਮਰੀਕਾ 'ਚ ਡੈਮੋਕ੍ਰੇਟ ਨੇ, ਸਾਡੇ ਇੱਥੇ ਲਿਬਰਲ ਪਾਰਟੀ ਆ, ਜਾਂ ਫਿਰ ਅੱਗੇ ਐਨਡੀਪੀ ਕਹਿੰਦੇ, ਐਨਡੀਪੀ ਨੂੰ ਤਾਂ ਜ਼ਿਆਦਾ ਹੀ ਪ੍ਰੋਗਰੈਸ ਕੋਈ ਨਹੀਂ। ਕੀ ਇਹਨਾਂ ਨੂੰ ਤੁਸੀਂ ਹੁਣ ਕੋਈ ਨਾ ਲੈਫਟ ਨਾ ਰਾਈਟ ਸੈਂਟਰਲ ਕੋਈ ਚੀਜ਼ ਮੰਨਦੇ ਹੋ, ਜਾਂ ਕੋਈ ਪ੍ਰੋਗਰੈਸਿਵ ਪਾਰਟੀਆਂ ਮੰਨਦੇ ਹੋ, ਜਾਂ ਇਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਪਿੱਛੇ ਖਿੱਚਣ ਵਾਲੀਆਂ ਉਹੀ ਕੰਜ਼ਰਵੇਟਿਵ ਟੋਰੀ ਪਾਰਟੀਆਂ ਵਰਗਾ ਇਹਨਾਂ ਦਾ ਕਿਰਦਾਰ ਤੁਸੀਂ ਦੇਖ ਰਹੇ ਹੋ? ਮੈਂ ਤਾਂ ਇਹ ਕਹਿੰਦਾ ਜੀ ਕਿ ਇਹ ਇਸ ਵੇਲੇ ਇਹਨਾਂ ਦਾ ਕੋਈ ਮਕਾਮ ਨਹੀਂ, ਜਿਹੜੀਆਂ ਪਾਵਰ 'ਚ ਨਹੀਂ ਹੈਗੀਆਂ ਪਾਰਟੀਆਂ। ਡਜ਼ਨਟ ਮੈਟਰ। ਤੁਹਾਡਾ ਕਹਿਣ ਦਾ ਮਤਲਬ ਵੀ ਜਿੱਥੇ ਕੋਈ ਪਾਵਰ 'ਚ ਆ ਉਹ ਕਾਰਪੋਰੇਟ ਨਾਲ ਮਿਲ ਕੇ ਕੰਮ ਕਰਦਾ, ਚਾਹੇ ਉਹ ਆਪਣੇ ਆਪ ਨੂੰ ਲੈਫਟ ਕਵੇ, ਚਾਹੇ ਰਾਈਟ ਕਹੇ, ਚਾਹੇ ਸੈਂਟਰ ਕਵੇ, ਕੁਝ ਕਵੇ ਜੀ। ਔਰ G20 ਕੰਟਰੀ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਜਦੋਂ ਇਹ ਇਕੱਠੇ ਹੁੰਦੇ ਆ, ਮੈਨੂੰ ਦੱਸੋ ਕਿ ਕਿਹੜਾ ਇਹਨਾਂ ਨੇ ਮਸਲਾ ਹੱਲ ਕੀਤਾ ਪਿੱਛੇ ਜੇ ਇਹ ਹੁਣ ਇਕੱਠੇ ਹੋਏ ਸੀਗੇ?
ਔਰ ਸਾਇੰਸ ਇੰਨੀ ਤਰੱਕੀ ਕਰ ਗਈ ਆ ਮੈਡੀਕਲ ਦੇ ਵਿੱਚ ਵੀ, ਉਹਦੇ ਬਾਵਜੂਦ ਵੀ ਹੁਣ 3 ਵੈਕਸੀਨੇਸ਼ਨ ਲਗਵਾ ਕੇ ਵੀ ਲੋਕੀ ਪੋਜ਼ਿਟਿਵ ਆ ਰਹੇ ਆ। ਤੇ ਮੈਂ ਪਿੱਛੇ ਜੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀਆਂ ਕਿਟਸ ਜਿਹੜੀਆਂ ਇਹਨਾਂ ਨੇ ਤਿਆਰ ਕੀਤੀਆਂ ਸੀਗੀਆਂ ਉਹ ਵੀ ਫੇਕ ਆ। ਉਹ ਫੇਕ ਇਨ ਦਾ ਸੈਂਸ ਕਿ ਮੈਂ ਜਦੋਂ ਤਜਾਨੀਆ ਦਾ ਜਿਹੜਾ ਰਾਸ਼ਟਰਪਤੀ ਸੀ ਉਹਦੀ ਗੱਲ ਮੈਂ ਕਰਨ ਲੱਗਾ ਦੁਆਰਾ, ਮੂੰਗਾਫਲੀ ਨੂੰ ਇਹਨਾਂ ਨੇ ਭੇਜ ਦਿੱਤੀਆਂ ਜੀ ਕਿਟਸ, ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਕਿਟਸ ਹੈਗੀਆਂ ਆ ਤੁਸੀਂ ਆਪਣੇ ਲੋਕਾਂ ਦੇ ਯੂਜ਼ ਕਰੋ, ਔਰ ਵਾਇਰਸ ਇੱਕ ਆ ਗਿਆ ਦੁਨੀਆ 'ਤੇ, ਔਰ ਉਹ ਕਹਿੰਦੇ ਠੀਕ ਹੈ ਜੀ। ਉਹਨਾਂ ਨੇ ਉਹ ਜਿਹੜੀਆਂ ਟੈਸਟਿੰਗ ਕਿਟਸ ਸੀਗੀਆਂ ਉਹਨਾਂ ਨੇ ਜਾਨਵਰਾਂ 'ਤੇ, ਫਰੂਟਸ 'ਤੇ, ਵੈਜੀਟੇਬਲਸ 'ਤੇ ਔਰ ਹਿਊਮਨ 'ਤੇ ਸਾਰਿਆਂ 'ਤੇ ਲਗਾ ਕੇ ਦੇਖੀਏ, ਸਾਰਾ ਕੁਝ ਹੀ ਪੋਜ਼ਿਟਿਵ। ਮੋਟਰ ਆਇਲ ਵੀ ਪੋਜ਼ਿਟਿਵ ਹੋ ਗਿਆ, ਮੋਟਰ ਆਇਲ ਵੀ ਪੋਜ਼ਿਟਿਵ, ਮੋਟਰ ਆਇਲ ਵੀ ਪੋਜ਼ਿਟਿਵ, ਪਪੀਤਾ ਵੀ। ਮਤਲਬ ਤੁਸੀਂ ਦੇਖੋ ਕਿ ਐਵਰੀਥਿੰਗ ਇਜ਼ ਪੋਜ਼ਿਟਿਵ, ਤੇ ਫਿਰ ਉਹ ਕਿੱਟਾਂ ਦਾ ਫਾਇਦਾ ਕੀ? ਮੈਂ ਤੁਹਾਨੂੰ ਹੁਣ ਦੱਸਦਾ, ਤੁਸੀਂ ਹੁਣ ਕਿੱਟ ਲਿਆ ਕੇ ਤੁਹਾਨੂੰ ਮੈਂ ਪ੍ਰੂਫ ਕਰ ਦਿੰਦਾ ਕਿ ਤੁਸੀਂ ਉਸੇ ਸਰੋਂ ਦੇ ਤੇਲ ਦੇ ਵਿੱਚ ਉਹਨੂੰ ਪਾ ਕੇ ਦੇਖ ਲਓ, ਨਾ ਪੋਜ਼ਿਟਿਵ ਆਉਗੀ ਤੇ ਵੇਖਿਓ। ਅੱਛਾ ਜੀ, ਇੱਕ ਬ੍ਰੇਕ ਲੈ ਲਈਏ ਛੋਟਾ ਜਿਹਾ, ਬੜੀ ਇੰਟਰਸਟਿੰਗ ਗੱਲ ਤੁਸੀਂ ਕਰ ਰਹੇ ਹੋ, ਤੇ ਆਪਾਂ ਫਿਰ ਅੱਗੇ ਵਿਚਾਰ ਚਰਚਾ ਹੋਰ ਕਰਦੇ ਹਾਂ। ਇੱਕ ਛੋਟਾ ਜਿਹਾ ਬ੍ਰੇਕ ਇੱਥੇ ਲੈਣੇ ਦਰਸ਼ਕੋ, ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਬਿਲਕੁਲ 1 ਮਿੰਟ ਦਾ ਬ੍ਰੇਕ ਲਾਂਗੇ, ਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਦੁਬਾਰਾ ਇਸੇ ਤਰ੍ਹਾਂ ਹੀ ਪ੍ਰੇਮ ਗਿੱਲ ਹੀਰੀ ਨੇ ਮੇਰੇ ਨਾਲ ਤੇ ਡਾਕਟਰ ਹਰਪ੍ਰੀਤ ਹੀਰੀ ਨੇ ਹੋਮਿਓਪੈਥ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਜਿਹੜੀ ਅਸੀਂ ਮਹਾਮਾਰੀ ਦੇ ਵਿੱਚੋਂ ਨਿਕਲ ਰਹੇ ਹਾਂ, ਦਰਅਸਲ ਇਹਦਾ ਪਿਛੋਕੜ ਕੀ ਆ, ਇਹ ਕਿੰਨੀ ਕੁ ਇਫੈਕਟ ਕਰ ਰਹੀ ਹੈ, ਸਾਨੂੰ ਕਰ ਵੀ ਰਹੀ ਹੈ ਕਿ ਨਹੀਂ ਕਰ ਰਹੀ, ਇਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ, ਕਿਹੜੀਆਂ ਸਰਕਾਰਾਂ ਨੇ, ਕੌਣ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਇਹ ਮਾਹੌਲ ਬਣਿਆ ਰਹੇ, ਤੇ ਕੌਣ ਲੋਕ ਨੇ ਜਿਹੜੇ ਚਾਹੁੰਦੇ ਕਿ ਇਸ ਮਾਹੌਲ ਚੋਂ ਬਾਹਰ ਨਿਕਲਿਆ ਜਾਵੇ। ਵਾਪਸ ਆ ਰਹੇ ਜੀ 1 ਮਿੰਟ ਤੋਂ ਬਾਅਦ।